ਧਰਮ ਜਿਹੜਾ ਉਹ ਉੱਪਰ ਰਹਿਣਾ ਚਾਹੀਦਾ ਤੇ ਜਿਹੜੀ ਰਾਜਨੀਤਿਕ ਸਾਡੀ ਸੋਚ ਹੈ ਉਹ ਉਹਦੇ ਅਧੀਨ ਰਹਿਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਮਾਨ ਸਾਹਿਬ ਨੇ ਚੋਣ ਲੜਾਉਣ ਦੀ ਗੱਲ ਕੀਤੀ, ਮੈਂ ਬਿਲਕੁਲ ਨਹੀਂ ਸੀ ਮੰਨਦੀ। ਈਵਨ ਮੈਂ ਸੰਗਤ ਵਿੱਚ ਰੋਂਦੀ ਸੀ ਕਿ ਮੈਂ ਚੋਣ ਨਹੀਂ ਲੜਨੀ। ਮੈਨੂੰ ਸਿਆਸੀ ਚਾਲਾਂ ਚੂਲਾਂ ਮੈਂ ਕਦੇ ਸਿੱਖੀਆਂ ਹੀ ਨਹੀਂ ਤੇ ਮੇਰੇ ਦਿਮਾਗ 'ਚ ਇੱਕੋ ਹੁੰਦਾ ਸੀ ਕਿ ਮੈਂ ਸੇਵਾ ਹੀ ਕਰਨੀ। ਪਰ ਮੈਨੂੰ ਇਸ ਗੱਲ ਦਾ ਸਕੂਨ ਵੀ ਹੈ ਥੋੜ੍ਹਾ ਜਿਹਾ ਕਿ ਮੇਰੇ ਇਲਾਕੇ 'ਚ ਭਾਵੇਂ ਉਹ ਕਾਂਗਰਸੀ ਵਰਕਰ ਹੋਣ ਭਾਵੇਂ ਕੋਈ ਵਰਕਰ ਹੋਣ, ਮੇਰੇ ਨਿੱਜੀ ਤੌਰ ਦੇ ਉੱਤੇ ਬਹੁਤਾ ਕੋਈ ਖਿਲਾਫ ਨਹੀਂ ਬੋਲਦਾ। ਅਤੇ ਮੈਨੂੰ ਮਾਣ ਹੈ ਕਿ ਉਹ ਸਾਰੀ ਡਿਵੈਲਪਮੈਂਟ ਜਿਹੜੀ ਅੱਜ ਦਿਸਦੀ ਹੈ ਉਹ ਤਕਰੀਬਨ 97 ਤੋਂ ਲੈ ਕੇ ਸਾਡੇ ਕਾਲ ਵਿੱਚ 3 ਵਾਰੀ ਸਰਕਾਰਾਂ ਜਿਹੜੀਆਂ ਬਣੀਆਂ ਉਹਦੇ ਵਿੱਚ ਹੀ ਹੋਇਆ। ਅਤੇ ਸਿੱਖ ਕੌਮ ਨੇ ਹੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਪਾਲ ਕੇ ਇੱਕ ਔਰਤ ਨੂੰ ਮਰਦ ਪ੍ਰਧਾਨ ਦੇਸ਼ ਦੇ ਵਿੱਚ ਐਡੀ ਵੱਡੀ ਪਦਵੀ ਦੇ ਉੱਤੇ ਸੇਵਾਦਾਰ ਦੇਣੀ। ਮੈਨੂੰ ਸਕੂਨ ਹੈ ਇਸ ਗੱਲ ਦਾ ਕਿ ਮੇਰੇ 'ਤੇ ਵਿਸ਼ਵਾਸ ਕੀਤਾ। ਤੁਸੀਂ ਕੀ ਮੰਨਦੇ ਹੋ ਕਿ ਇਹ ਸੰਸਥਾਵਾਂ ਨੂੰ ਕਮਜ਼ੋਰ ਕਿਹਨੇ ਕੀਤਾ? ਕਿਉਂਕਿ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ ਇਹਨਾਂ ਨੇ ਕਮਜ਼ੋਰ ਕੀਤਾ। ਜਿਹੜੀ ਚਰਚਾ ਕਿ ਚੋਣ ਸ਼ਾਇਦ ਬਾਦਲ ਨਹੀਂ ਕਰਨ ਦਿੰਦੇ, ਮਤਲਬ ਇਹ ਇੱਕ ਮੈਂ ਸਮਝਦੀ ਸਾਡੀ ਅਗਿਆਨਤਾ। ਹੁਣ ਇਹ ਕਹਿੰਦੇ ਆ ਕਿ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ। ਜੀ, ਕਬਜ਼ਾ ਨਹੀਂ ਹੈ। ਇੱਕ ਗੱਲ ਤਾਂ ਹੈ, ਸ਼੍ਰੋਮਣੀ ਅਕਾਲੀ ਦਲ ਵਾਲੇ ਰੱਬ ਦੇ ਆਸਰੇ ਹੀ ਰਹਿ ਜਾਂਦੇ ਮੇਰੇ ਸਾਹਿਬ। ਜਿਹੜੇ ਦੂਜੇ ਉਹ ਸੋਸ਼ਲ ਮੀਡੀਆ ਲਈ ਬਹੁਤ ਜ਼ਿਆਦਾ ਪ੍ਰਚਾਰ ਕਰਦੇ, ਉਹ ਮੁੱਦੇ ਜਿਹੜੇ ਸੀ ਨਾ ਜੀ ਉਹ ਇੰਨੇ ਪ੍ਰਚਾਰੇ ਗਏ ਕਿ ਸਿੱਧਾ ਸਾਡੇ ਉੱਤੇ ਇੰਨਾ ਇਲਜ਼ਾਮ ਲੱਗ ਗਿਆ ਕਿ ਜਿੱਦਾਂ ਅਸੀਂ ਸਾਰੇ ਸਿੱਖ ਕੌਮ ਦੇ ਦੋਸ਼ੀ ਬਣ ਗਏ। ਇੱਕ ਮਾਫੀ ਉਹ ਲੋਕਾਂ ਤੋਂ ਮੰਗ ਲੈਣੀ ਚਾਹੀਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਵੀ ਜੇ ਸਾਡੇ ਤੋਂ ਗਲਤੀ ਹੋਈ ਹੈ ਤਾਂ ਉਹਦੀ ਮਾਫੀ। ਜੇ ਤੇ ਵਾਕਿਆ ਹੀ ਲੀਡਰਾਂ ਨੇ ਆਪ ਕਹਿ ਕੇ ਕਰਾਇਆ, ਕਿਸੇ ਵੀ ਲੀਡਰ ਨੇ, ਬਹੁਤ ਵੱਡੀ ਗਲਤੀ ਹੈ। ਐਡੀ ਵੱਡੀ ਗਲਤੀ ਜੇ ਉਹਨਾਂ ਕੋਲ ਕਰਾਈ ਸੀ ਕਿਸੇ ਨੇ ਤੇ ਉਹ ਕਿਉਂ ਮੰਨੇ? ਧਰਮ ਦੇ ਰਾਖੇ ਕਰਾਈ ਸੀ ਗਲਤੀ ਨਹੀਂ, ਮੈਂ ਕਹਿੰਦੀ ਜੇ ਕਰਾਈ ਉਹਨਾਂ ਨੇ। ਸੋ ਜੇ ਤੁਸੀਂ ਸਿਧਾਂਤਕ ਤੌਰ ਦੇ ਉੱਤੇ ਇਹ ਹੀ ਨਹੀਂ ਫੈਸਲਾ ਕਰ ਸਕਦੇ ਸਹੀ ਕੀ ਹੈ ਤੇ ਗਲਤ ਕੀ ਹੈ, ਫਿਰ ਉਹਨਾਂ ਨੂੰ ਸਿੰਘ ਸਾਹਿਬ ਹੋਣ ਦਾ ਮੈਂ ਕਹਿੰਦੀ ਅਧਿਕਾਰ ਹੀ ਨਹੀਂ ਹੋਣਾ ਚਾਹੀਦਾ। ਸ਼੍ਰੋਮਣੀ ਅਕਾਲੀ ਦਲ ਤੇ ਬਣੀ ਨਹੀਂ ਸੀ ਰਾਜਗੱਦੀ ਵਾਸਤੇ, ਇਹ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਅਸੀਂ ਮਿਹਨਤ ਕੀਤੀ ਹੈ, ਸੇਵਾ ਕੀਤੀ ਹੈ, ਲੋਕਾਂ ਨੇ ਸਾਨੂੰ ਸੇਵਾ ਦੇ ਦਿੱਤੀ, ਮੁੱਖ ਮੰਤਰੀ ਬਣ ਗਏ, ਮੰਤਰੀ ਬਣ ਗਏ। ਕੋਈ ਜ਼ਰੂਰੀ ਹੈ ਕਿ ਸਾਰੀ ਉਮਰ ਅਸੀਂ ਸਰਕਾਰਾਂ ਹੀ ਚਲਾਉਣੀਆਂ ਹੁੰਦੀਆਂ? ਕੋਈ ਜ਼ਰੂਰੀ ਨਹੀਂ ਹੁੰਦਾ। ਸੇਵਾ ਕਰਨੀ ਹੈ, ਕਿਸੇ ਢੰਗ ਨਾਲ ਕਰੋ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ। ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਗੱਲ ਤੁਰਦੀ ਹੈ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਗੱਲ ਤੁਰਦੀ ਹੈ, ਤਾਂ ਬੀਬੀ ਜਗੀਰ ਕੌਰ ਜੀ ਹੋਰਾਂ ਦਾ ਨਾਂ ਉਹ ਮੂਹਰਲੇ ਸਫ਼ਿਆਂ ਦੇ ਵਿੱਚ ਜਾਂ ਮੂਹਰਲੀ ਕਤਾਰਾਂ ਦੇ ਵਿੱਚ ਜ਼ਰੂਰ ਆਉਂਦਾ ਹੈਗਾ, ਤਾਂ ਬੜੀ ਚਰਚਾ ਵੀ ਜ਼ਰੂਰ ਹੁੰਦੀ ਹੈ ਇਹਨਾਂ ਨਾਵਾਂ ਦੇ ਉੱਤੇ। ਤੇ ਖਾਸ ਕਰਕੇ ਜਦੋਂ ਅੱਜ ਦੀ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਬਹੁਤ ਸਾਰੇ ਸਵਾਲ ਉੱਠ ਰਹੇ ਨੇ, ਤਾਂ ਉਹਨਾਂ ਦਾ ਭਵਿੱਖ ਕੀ ਦੇਖ ਰਹੇ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ, ਖੁੱਲ੍ਹ ਕੇ ਗੱਲਾਂ ਬਾਤਾਂ ਹੋਣਗੀਆਂ। ਸਭ ਤੋਂ ਪਹਿਲਾਂ ਬੀਬੀ ਜਗੀਰ ਕੌਰ ਜੀ ਦਾ ਸਵਾਗਤ ਕਰਦੇ ਹਾਂ। ਬੀਬੀ ਜੀ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬੀਬੀ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹੁੰਦਾ ਕਿ ਜਦੋਂ ਤੁਹਾਨੂੰ ਵੇਖੀਦਾ ਹੈਗਾ, ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ, ਉਦੋਂ ਤੋਂ ਤੁਹਾਨੂੰ ਵੇਖ ਰਹੇ ਹਾਂ, ਕਦੇ ਤੁਹਾਨੂੰ ਇੱਕ ਰਾਜਨੀਤਿਕ ਲੀਡਰ ਦੇ ਤੌਰ ਤੇ ਉੱਤੇ ਦੇਖੀਦਾ, ਬਹੁਤੀ ਵਾਰ ਤੁਹਾਨੂੰ ਜਦੋਂ ਪੰਥਕ ਹਲਕਿਆਂ ਦੇ ਵਿੱਚ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦੇ ਤੌਰ ਤੇ ਉੱਤੇ ਦੇਖਿਆ ਜਾਵੇ, ਤਾਂ ਇਹਨੂੰ ਦੋਵਾਂ ਨੂੰ ਵੱਖੋ ਵੱਖਰਾ ਕਿਵੇਂ ਮੰਨੀਏ? ਤੁਸੀਂ ਕਿਹੜੇ ਨੂੰ ਮੰਨਦੇ ਹੋ ਵੀ ਆਪਣੇ ਆਪ ਨੂੰ ਰਾਜਨੀਤਿਕ ਲੀਡਰ ਤੌਰ ਦੇ ਉੱਤੇ ਵਧੀਆ ਮੰਨਦੇ ਹੋ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਪ੍ਰਧਾਨ ਜਦੋਂ ਤੁਸੀਂ ਰਹੇ ਹੋ ਉਹਨੂੰ ਤੁਸੀਂ ਵਧੀਆ ਮੰਨਦੇ ਹੋ? ਕਿਵੇਂ ਤੁਸੀਂ ਇਹਨੂੰ ਜਦੋਂ ਸੋਚਦੇ ਹੋ, ਲੇਖਾ ਜੋਖਾ ਕਿਵੇਂ ਕਰਦੇ ਹੋ? ਦੇਖੋ ਜੀ, ਜਦੋਂ ਮੈਂ ਚੱਲੀ ਹਾਂ, ਇਹ ਸਥਾਨ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜਿਨ੍ਹਾਂ ਮੇਰੀ ਪੀਰ ਦਾ ਸਿਧਾਂਤ ਲੈ ਕੇ ਤੁਰੇ ਸੀ ਜੀ, MLA ਵੀ ਰਹੇ, ਮਹਾਂਪੁਰਖ ਵੀ ਰਹੇ ਤੇ SGPC ਦੇ ਵਿੱਚ 28 ਸਾਲ ਮੈਂਬਰ ਵੀ ਰਹੇ ਜੀ। ਜਿਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ, ਪਹਿਲੀ ਕਮੇਟੀ ਵਿੱਚ ਉਹ ਨਾਮਜ਼ਦ ਹੋ ਗਏ ਸੀ ਤੇ ਟਿਲ ਡੈਥ ਮਤਲਬ 1950 ਤੱਕ ਉਹ ਮੈਂਬਰ ਰਹੇ ਸੀ ਜੀ। 2 ਵਾਰ ਅਨਡਿਵਾਈਡਡ ਕੰਟਰੀ ਵਿੱਚ MLA ਦੀ ਚੋਣ ਲੜੀ। ਸੋ ਉਹ ਸੰਤ ਵੀ ਸੀਗੇ, MLA ਵੀ ਸੀਗੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸੀ।
ਉਹੀ ਜਿਹੜਾ ਅੱਗੇ ਸਾਡਾ ਚੱਲਦਾ ਆ ਰਿਹਾ ਸੇਵਾ ਤੇ ਸਿਮਰਨ, ਰਾਜਨੀਤੀ, ਹਰ ਪੱਖ ਤੋਂ ਉਹਨਾਂ ਨੇ ਸੇਵਾ ਕੀਤੀ। ਉਸ ਤੋਂ ਬਾਅਦ ਮੇਰੇ ਪਿਤਾ ਜੀ, ਜੋ ਮੇਰਾ ਕਹਿਣ ਤੋਂ ਭਾਵ ਕਿ ਮੇਰੇ ਫਾਦਰ ਇਨ ਲਾ ਜੀ, ਪਿਤਾ ਜੀ ਸਹੁਰਾ ਸਾਹਿਬ, ਉਹਨਾਂ ਨੇ ਵੀ ਸੰਤ ਵੀ ਰਹੇ, ਮਿਨਿਸਟਰ ਤੱਕ ਵੀ ਗਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਮੈਂਬਰ ਵੀ ਰਹੇ। ਸੋ ਇਹ ਜਿਹੜਾ ਅਸਥਾਨ ਹੈ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਦਾ, ਜਿਹੜਾ ਪਾਕਿਸਤਾਨ 'ਚ ਮੁਰਾਲਾ ਸੀ, ਜੀ, ਇਹ ਬੇਗੋਵਾਲ 'ਚ ਆਇਆ ਤੇ ਬੇਗੋਵਾਲ 'ਚ ਆ ਕੇ ਵੀ ਇਹਨਾਂ ਨੇ ਮੀਰੀ ਪੀਰ ਦਾ ਸਿਧਾਂਤ ਉਸੇ ਤਰ੍ਹਾਂ ਚਲਾਈ ਰੱਖਿਆ। ਮੈਂ ਇਸ ਘਰ 'ਚ ਜਦੋਂ ਐਂਟਰ ਕੀਤਾ, ਦੇਖੋ ਸੱਚਾਈ ਤੇ ਇਹ ਹੈ ਕਿ ਮੈਂ ਇੱਕ ਬਤੌਰ ਮੈਥਮੈਟਿਕਸ ਟੀਚਰ ਪੜ੍ਹਾਉਂਦੀ ਸੀ। ਜੀ, ਮੇਰੀ ਜ਼ਿੰਦਗੀ ਕੇਵਲ ਐਜੂਕੇਸ਼ਨ ਨਾਲ ਸੰਬੰਧਿਤ ਸੀ, ਮੇਰਾ ਪਰਿਵਾਰ ਹੀ ਐਜੂਕੇਸ਼ਨ ਤੇ ਆਫੀਸਰ ਲਾਈਨ 'ਚ ਸੀ, ਪਰ ਉੱਥੇ ਕੋਈ ਅਸੀਂ ਸਿਆਸਤ ਵਾਲੇ ਪਾਸੇ ਜਾਂ ਰਾਜਨੀਤੀ ਦਾ ਸਾਡਾ ਕੋਈ ਸੰਬੰਧ ਨਹੀਂ ਸੀ। ਜੀ, ਜਦੋਂ ਮੈਂ ਇੱਥੇ ਆਈ ਹਾਂ ਤੇ ਸਾਰੀਆਂ ਜ਼ਿੰਮੇਵਾਰੀਆਂ, ਕਿਉਂਕਿ ਪਿਤਾ ਜੀ ਦੀ ਡੈਥ ਹੋ ਗਈ ਸਾਲ ਬਾਅਦ ਤੇ ਉਹਨਾਂ ਤੋਂ 2 ਸਾਲ ਬਾਅਦ, ਭਾਵ ਮੇਰੇ ਮੈਰਿਜ ਤੋਂ 3 ਸਾਲ ਬਾਅਦ ਮੇਰੇ ਹਸਬੈਂਡ ਦੀ ਡੈਥ ਹੋ ਗਈ। ਸਾਰੀ ਜਿਹੜੀ ਜ਼ਿੰਮੇਵਾਰੀ ਸੀ ਧਾਰਮਿਕ ਤੌਰ ਤੇ ਮਹਾਂਪੁਰਖਾਂ ਦੇ ਸਥਾਨ ਦੀ, ਉਹ ਮੈਂ ਸਾਂਭੀ। ਜੀ, ਉਹ ਸਾਂਭਣ ਦੇ ਨਾਲ ਸੇਵਾ ਕਰਦਿਆਂ, ਕਿਉਂਕਿ ਮੇਰਾ ਲਕਸ਼ ਜਿਹੜਾ ਸੀ ਉਹ ਸੇਵਾ ਤੇ ਸਿਮਰਨ ਸੀ। ਇਹ ਵਿੱਚੋਂ ਜਿਹੜੀ ਸੇਵਾ ਦੀ ਇੱਕ ਦੂਸਰੀ ਕੜੀ ਲਾ ਲਓ ਕਿ ਰਾਜਨੀਤਿਕ ਤੌਰ ਤੇ ਉੱਤੇ ਵੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ। ਜੀ, ਸੋ ਮੈਨੂੰ ਕੋਈ ਬਹੁਤਾ ਫਰਕ ਨਹੀਂ ਲੱਗਦਾ, ਕਿਉਂਕਿ ਮੈਂ ਇਹ ਸਮਝਦੀ ਹਾਂ ਕਿ ਦੋਨੋਂ ਪਾਸਿਆਂ ਨੂੰ ਮੈਂ ਸੇਵਾ ਹੀ ਸਮਝਦੀ ਹਾਂ। ਜੇ ਧਾਰਮਿਕ ਤੌਰ ਦੇ ਉੱਤੇ ਧਰਮ ਦਾ ਪ੍ਰਚਾਰ ਕਰਨਾ, ਗੁਰਮਤਿ ਦਾ ਪ੍ਰਚਾਰ ਕਰਨਾ, ਬਾਣੀ ਦੀ ਗੱਲ ਕਰਨੀ ਜਾਂ ਸਮਾਜ ਦੇ ਸੁਧਾਰ ਦੀ ਗੱਲ ਕਰਨੀ, ਸਮਾਜਿਕ ਤੌਰ ਦੇ ਉੱਤੇ ਲੋਕਾਂ ਨੂੰ ਚੰਗੇ ਪਾਸੇ ਲਾਉਣਾ, ਮਨੁੱਖਤਾ ਦੇ ਗੁਣ ਦੱਸਣੇ, ਇਨਸਾਨੀਅਤ ਦੇ ਗੁਣ ਦੱਸਣੇ, ਜੇ ਇਹ ਧਰਮ ਸਿਖਾਉਂਦਾ, ਮਾਨਵਤਾ ਦੀ ਸੇਵਾ ਕਰਨੀ ਸਿਖਾਉਂਦਾ, ਤੇ ਮੈਂ ਸਮਝਦੀ ਹਾਂ ਕਿ ਉਹਨਾਂ ਦੇ ਨਾਲ ਜਿਹੜੀ ਰਾਜਨੀਤਿਕ ਸ਼ਕਤੀ ਹੈ, ਇਹਦੇ ਵਿੱਚੋਂ ਵੀ ਅਸੀਂ ਮਹਿਸੂਸ ਕੀਤਾ ਕਿ ਸਕੂਲ ਬਣਾਉਣੇ, ਕਾਲਜ ਬਣਾਉਣੇ, ਡਿਵੈਲਪਮੈਂਟ ਕਰਨੀ, ਐਜੂਕੇਸ਼ਨ ਨਾਲ ਲੋਕਾਂ ਨੂੰ ਮਤਲਬ ਸੋਮੇ ਦੇਣੇ ਜਾਂ ਕਿਸੇ ਨੂੰ ਮੁਲਾਜ਼ਮਤ ਦੇਣੀ, ਇਹ ਸਾਰੀਆਂ ਜਿਹੜੀਆਂ ਸੇਵਾਵਾਂ ਨੇ, ਜੇ ਆਪਾਂ ਇਹਨੂੰ ਸੇਵਾਵਾਂ ਸਮਝ ਕੇ ਤੁਰਾਂਗੇ ਤੇ ਇਹਦਾ ਕੋਈ ਫਰਕ ਨਹੀਂ। ਜੀ, ਇੱਕੋ ਹੀ ਗੱਲ ਰੱਖਣੀ ਚਾਹੀਦੀ ਹੈ ਕਿ ਧਰਮ ਜਿਹੜਾ ਉਹ ਉੱਪਰ ਰਹਿਣਾ ਚਾਹੀਦਾ ਤੇ ਜਿਹੜੀ ਰਾਜਨੀਤਿਕ ਸਾਡੀ ਸੋਚ ਹੈ ਉਹ ਉਹਦੇ ਅਧੀਨ ਰਹਿਣੀ ਚਾਹੀਦੀ ਹੈ। ਜਿਹੜਾ ਮਨੁੱਖ ਇਹਨੂੰ ਧਰਮ ਦੇ ਆਧਾਰ ਤੇ ਲੈ ਕੇ ਰਾਜਨੀਤੀ ਕਰੇਗਾ, ਉਹ ਕਦੀ ਮੇਰੇ ਖਿਆਲ ਮਾਰ ਹੀ ਨਹੀਂ ਖਾ ਸਕਦਾ। ਸੋ ਮੈਨੂੰ, ਕਿਉਂਕਿ ਪਹਿਲਾਂ ਮੈਨੂੰ ਤਾਂ ਪਤਾ ਨਹੀਂ ਸੀ ਹੁੰਦਾ ਰਾਜਨੀਤੀ ਦਾ, ਪਰ ਮੇਰੀ ਕੁਝ ਇਹੋ ਜਿਹੇ ਮੈਂ ਪੜਾਅ 'ਚੋਂ ਨਿਕਲੀ ਹੈ ਕਿ ਜਿਹਦੇ ਨਾਲ ਮੈਨੂੰ ਕੁਝ ਪ੍ਰੇਰਨਾਵਾਂ ਵੀ ਮਿਲੀਆਂ। ਜਦੋਂ 1988 ਦਾ ਹੜ੍ਹ ਆ ਗਿਆ ਬਹੁਤ ਵੱਡਾ, ਉਹ 'ਚ ਮੈਂ ਸੇਵਾ ਕੀਤੀ ਤੇ ਉਹਦੇ ਵਿੱਚ ਮਾਨਯੋਗ ਪ੍ਰੋਫੈਸਰ ਦਰਸ਼ਨ ਸਿੰਘ ਜੀ ਸਾਡੇ ਕੀਰਤਨ ਲਿਆਉਂਦੇ ਹੁੰਦੇ ਸੀ, ਜਿਹੜੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੀ। ਉਹਨਾਂ ਨੇ ਬਿਠਾ ਕੇ ਜਦੋਂ ਮੈਨੂੰ ਸਭ ਤੋਂ ਪਹਿਲਾਂ ਮਾਨ ਸਾਹਿਬ ਨੇ ਚੋਣ ਲੜਾਉਣ ਦੀ ਗੱਲ ਕੀਤੀ, ਮੈਂ ਬਿਲਕੁਲ ਨਹੀਂ ਸੀ ਮੰਨਦੀ। ਈਵਨ ਮੈਂ ਸੰਗਤ ਵਿੱਚ ਰੋਂਦੀ ਸੀ ਕਿ ਮੈਂ ਚੋਣ ਨਹੀਂ ਲੜਨੀ, ਕਿਉਂਕਿ ਮੇਰੇ ਦਿਮਾਗ 'ਚ ਇੱਕ ਗੱਲ ਬੈਠੀ ਹੁੰਦੀ ਸੀ ਕਿ ਕਹਿੰਦੇ ਹੈ ਕਿ ਜਿਹੜੇ ਸਿਆਸੀ ਲੋਕ ਹੈ ਉਹ ਕਰਪਸ਼ਨ ਕਰਦੇ ਹੈ, ਸਿਆਸੀ ਲੋਕ ਝੂਠ ਬੜਾ ਬੋਲਦੇ ਹੈ, ਸਿਆਸੀ ਲੋਕ ਧੱਕੇ ਕਰਦੇ ਹੈ, ਇਹ ਬੇਈਮਾਨ ਮਤਲਬ ਆਮ ਜਿਹੜੀ ਲੋਕਾਂ ਦੀ ਜਿਹੜੀ ਬਣੀ ਹੁੰਦੀ ਹੈ, ਉਹ ਮੇਰੇ ਦਿਮਾਗ ਦੇ ਉੱਤੇ ਉਹਦਾ ਅਸਰ ਸੀ ਜੀ, ਕਿ ਮੈਂ ਨਹੀਂ ਇਹ ਕਰਨਾ ਕੰਮ। ਫਿਰ ਮੈਨੂੰ ਉਹਨਾਂ ਨੇ ਬਿਠਾ ਕੇ ਅੱਧਾ ਘੰਟਾ ਲਾਇਆ, ਮੈਂ ਜਵਾਬ ਦਿੱਤਾ ਕਿ ਮੈਂ ਚੋਣਾਂ ਨਹੀਂ ਲੜਨੀਆਂ। ਮੈਨੂੰ ਕਹਿੰਦੇ ਵੀ ਕਾਰਨ, ਮੈਂ ਇਹੀ ਗੱਲਾਂ ਕਹੀਆਂ ਵੀ ਮੈਨੂੰ ਇਹ ਚੰਗਾ ਨਹੀਂ ਲੱਗਦਾ। ਉਹ ਫਿਰ ਕਹਿਣ ਲੱਗੇ ਕਿ ਸੰਤ ਪ੍ਰੇਮ ਸਿੰਘ ਜੀ ਨੇ ਦੋਨੋਂ ਚੀਜ਼ਾਂ ਰੱਖੀਆਂ, ਧਰਮ ਦੀ ਸੇਵਾ ਵੀ ਕੀਤੀ, ਰਾਜਨੀਤੀ 'ਚ ਵੀ ਕੀਤੀ, ਜੀ, ਚਿੱਟੀ ਚਾਦਰ ਲੈ ਕੇ ਗਏ, ਅੱਜ ਤੱਕ ਉਹਦੇ ਤੇ ਕੋਈ ਇਲਜ਼ਾਮ ਨਹੀਂ ਲੱਗ ਸਕਿਆ। ਮਾਨਯੋਗ ਬਾਬਾ ਹਰਨਾਮ ਸਿੰਘ ਜੀ ਮੇਰੇ ਸਹੁਰਾ ਸਾਹਿਬ ਪਿਤਾ ਜੀ ਕਹਿੰਦੇ ਉਹਨਾਂ ਨੇ ਧਰਮ ਦੀ ਵੀ ਸੇਵਾ ਕੀਤੀ ਤੇ ਰਾਜਨੀਤੀ ਵੀ ਕੀਤੀ, ਕੋਈ ਚਿੱਟੀ ਦਾਗ ਚਾਦਰ ਨੂੰ ਦਾਗ ਨਹੀਂ ਲੱਗਣ ਦਿੱਤਾ। ਤੇ ਬੀਬੀ ਜੀ, ਜੇ ਤੁਸੀਂ ਇਹ ਗੱਲ ਕਹੋਗੇ ਕਿ ਧਰਮੀ ਪੁਰਖ ਅੰਦਰ ਵੜ ਕੇ ਬੈਠ ਜਾਣ, ਉਹ ਰਾਜਨੀਤੀ ਵਿੱਚ ਨਾ ਆਉਣ, ਤੇ ਫਿਰ ਇੱਥੇ ਚਾਹੁੰਦੇ ਹੋ ਤੁਸੀਂ ਵੀ ਚੋਰ ਡਾਕੂ ਹੀ ਵਿੱਚ ਐਂਟਰ ਕਰਨ ਜਾਂ ਗਲਤ ਕੰਮ ਕਰਨ ਵਾਲੇ ਬੇਈਮਾਨ ਹੀ ਲੋਕ ਵਿੱਚ ਐਂਟਰ ਕਰਨ? ਜੇ ਤੁਸੀਂ ਚਾਹੁੰਦੇ ਹੋ ਕਿ ਜੈਸੇ ਜਲ ਮੇਂ ਕਮਲ ਅਲੇਪ, ਜੇ ਤੁਸੀਂ ਇਸ ਵਿੱਚ ਨਹੀਂ ਵੜੋਗੇ, ਤੁਸੀਂ ਕਿਵੇਂ ਸਾਬਤ ਕਰੋਗੇ ਕਿ ਚੰਗੇ ਮਨੁੱਖ ਨੂੰ ਚੰਗੇ ਕਰਮ ਕਰਨੇ ਚਾਹੀਦੇ ਆ, ਧਰਮ ਨੂੰ ਨਾ ਰੱਖਣਾ ਚਾਹੀਦਾ? ਸੋ ਉਹ ਪ੍ਰੇਰਨਾ ਲੈ ਕੇ ਜਿਹੜਾ ਸੀ ਉਹ ਸਟੈਪ ਮੈਂ ਉਸ ਵੇਲੇ ਫਿਰ ਮੈਂ ਹਾਂ ਕੀਤੀ, ਨਹੀਂ ਤੇ ਮੇਰੇ ਮਨ 'ਚ ਬਿਲਕੁਲ ਨਹੀਂ ਸੀ। ਜੀ, ਅੱਛਾ ਬੀਬੀ ਜੀ, ਤੁਹਾਨੂੰ ਔਖਾ ਨਹੀਂ ਲੱਗਿਆ ਕਿ ਧਾਰਮਿਕ ਖੇਤਰ ਉੱਥੇ ਤਾਂ ਜ਼ਿਆਦਾਤਰ ਤੁਹਾਨੂੰ ਸਰਾਹਨਾ ਹੀ ਮਿਲਦੀ ਹੈ, ਜਿਹੜਾ ਵੀ ਤੁਸੀਂ ਕੰਮ ਕਰਦੇ ਤੁਹਾਨੂੰ ਚੰਗਾ ਕਹਿਣ ਵਾਲੇ ਬਹੁਤੇ ਹੁੰਦੇ ਨੇ, ਜਦੋਂ ਤੁਸੀਂ ਰਾਜਨੀਤਿਕ ਵਾਲੇ ਪਾਸੇ ਆ ਜਾਂਦੇ ਹੋ ਉਦੋਂ ਤੁਹਾਡੇ ਵਿਰੋਧੀ ਬਹੁਤ ਹੁੰਦੇ ਨੇ, ਦਿਨ ਰਾਤ ਤੁਹਾਡੇ ਤੇ ਟਿੱਕਾ ਟਿੱਪਣੀ ਉਹ ਹੁੰਦੀ ਹੈ, ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈਗਾ। ਫਿਰ ਤੁਹਾਨੂੰ ਉੱਥੇ ਆ ਕੇ ਲੱਗਿਆ ਨਹੀਂ ਕਦੇ ਕਿ ਔਖਾ ਸੀਗਾ ਇਹ ਫੀਲਡ, ਕਿਉਂ ਚੁਣ ਲਿਆ? ਐਕਚੁਅਲੀ ਮੈਨੂੰ ਬਹੁਤਾ ਫਰਕ ਨਹੀਂ ਲੱਗਾ, ਕਿਉਂਕਿ ਮੈਂ ਆਪ ਜਿਹੜੀ ਨਾ ਮੇਰਾ ਆਪਣਾ ਪਰਸਨਲ ਲਾਈਫ ਜਿਹੜੀ ਹੈ, ਮੈਂ ਉਹਨੂੰ ਇਹਦੇ ਵਿੱਚ ਬਹੁਤਾ ਜਿੱਦਾਂ ਕਹਿੰਦੇ ਨਾ ਘਸੀਟਿਆ ਨਹੀਂ।
ਨਾ ਤੇ ਮੈਂ ਕਦੀ ਬਹੁਤਾ ਲੀਡਰਾਂ ਵਿੱਚ ਬੈਠ ਕੇ ਕੋਈ ਉਹੋ ਜਿਹੀਆਂ ਪਾਲਿਸੀਜ਼ ਉਹੋ ਜਿਹੀਆਂ ਗੱਲਾਂ ਕੀਤੀਆਂ। ਅੱਛਾ ਜੀ। ਮੈਂ ਸਿਰਫ ਜਾਣੀ ਹਾਂ ਤੇ ਆਪਣਾ ਕੰਮ ਕਰਦੀ ਹਾਂ। ਜੇ ਮੈਂ ਐਮਐਲਏ ਹਾਂ ਤੇ ਮੈਂ ਆਪਣੇ ਇਲਾਕੇ ਦੀ ਡਿਊਟੀ ਕਰਦੀ। ਸੜਕਾਂ ਦੀ ਗੱਲ, ਜੇ ਮੈਂ ਬਾਲ ਸਾਹਿਬ ਕੋਈ ਜਾਂਦੀ ਸੀ, ਮੁੱਖ ਮੰਤਰੀ ਜੀ ਕੋਈ ਜਾਂਦੀ ਸੀ, ਇਹ ਸੜਕਾਂ ਟੁੱਟੀਆਂ ਨੇ ਜੀ, ਇਹ ਸੜਕਾਂ ਬਣਾਉਣੀਆਂ ਜੀ, ਇਹ ਸਕੂਲ ਅਪਗ੍ਰੇਡ ਕਰਾਉਣੇ ਜੀ, ਇਹ ਸਾਡਾ ਪੁਲ ਬਣਨ ਵਾਲਾ ਜੀ, ਇਹ ਬੇਈ ਸਾਫ਼ ਕਰਨ ਵਾਲੀ ਹੈ, ਇਹ ਸਾਡੇ ਸਬ ਡਿਵੀਜ਼ਨ ਬਣਾਉਣ ਵਾਲੀ ਹੈ, ਇਹ ਸਾਡੇ ਥਾਣੇ ਦੀ ਬਿਲਡਿੰਗ ਬਣਨ ਮਤਲਬ ਕਹਿਣ ਤੋਂ ਭਾਵ ਕਿ ਮੈਂ ਹਮੇਸ਼ਾ ਜਦੋਂ ਵੀ ਕਿਤੇ ਜਾਂਦੀ ਸੀ ਮੈਂ ਡਿਵੈਲਪਮੈਂਟ ਦੇ ਕਾਰਜ ਲੈ ਕੇ ਜਾਂਦੀ ਸੀ। ਅਤੇ ਮੈਂ ਬਹੁਤਾ ਉਹਨਾਂ 'ਚ ਉਹ ਨਹੀਂ ਬੈਠਦੀ ਕਿ ਜਿੱਦਾਂ ਬੰਦੇ ਨੂੰ ਹੁੰਦਾ ਸ਼ੌਂਕ ਹੁੰਦਾ ਕਿ ਮੈਂ ਆਹ ਵੀ ਗੱਲਾਂ ਕਰ ਲਾਂ, ਮੈਂ ਆਹ ਵੀ ਗੱਲਾਂ ਕਰ ਲਾਂ। ਅਤੇ ਮੈਨੂੰ ਕੋਈ ਬਹੁਤੀਆਂ ਮੈਨੂੰ ਸਿਆਸੀ ਚਾਲਾਂ ਚੂਲਾਂ ਮੈਂ ਕਦੇ ਸਿੱਖੀਆਂ ਹੀ ਨਹੀਂ। ਅਤੇ ਮੇਰੇ ਦਿਮਾਗ 'ਚ ਇੱਕੋ ਹੁੰਦਾ ਸੀ ਕਿ ਮੈਂ ਸੇਵਾ ਹੀ ਕਰਨੀ। ਔਰ ਇਸ ਗੱਲ ਦੀ ਮੈਨੂੰ ਮਾਣ ਹੈ ਕਿ ਮੇਰੇ ਇਲਾਕੇ 'ਚ ਅੱਜ ਤੱਕ ਚਲੋ ਜਿਹੜਾ ਸਿਆਸੀ ਵਿਰੋਧੀ ਚੋਣ ਲੜਦਾ ਹੁੰਦਾ ਉਹਨਾਂ ਨੇ ਕਈ ਵਾਰੀ ਗੱਲਾਂ ਕਰਨੀਆਂ ਹੁੰਦੀਆਂ ਜੀ, ਪਰ ਮੈਨੂੰ ਇਸ ਗੱਲ ਦਾ ਸਕੂਨ ਵੀ ਹੈ ਥੋੜ੍ਹਾ ਜਿਹਾ ਕਿ ਮੇਰੇ ਇਲਾਕੇ 'ਚ ਭਾਵੇਂ ਉਹ ਕਾਂਗਰਸੀ ਵਰਕਰ ਹੋਣ ਭਾਵੇਂ ਕੋਈ ਵਰਕਰ ਹੋਣ, ਮੇਰੇ ਨਿੱਜੀ ਤੌਰ ਦੇ ਉੱਤੇ ਬਹੁਤਾ ਕੋਈ ਖਿਲਾਫ ਨਹੀਂ ਬੋਲਦਾ। ਈਵਨ ਸਟੇਜਾਂ 'ਤੇ ਵੀ ਨਹੀਂ ਬੋਲਦੇ। ਚੋਣਾਂ 'ਚ ਠੀਕ ਹੈ ਕਿ ਵੋਟ ਪਾ ਮੇਰੇ ਖਿਲਾਫ ਪੈ ਜੇ, ਪਰ ਮੇਰੇ ਉੱਦਾਂ ਜਿੱਦਾਂ ਸੀ ਮੈਂ ਵੀ ਕਿਸੇ ਦੇ ਨਹੀਂ ਬੋਲਦੀ। ਤੁਸੀਂ ਕਦੀ ਮੈਨੂੰ ਸੁਣਿਆ ਹੋਵੇਗਾ ਕਿ ਮੈਂ ਬਹੁਤ ਘੱਟ ਕਿਸੇ ਪਰਸਨਲ ਅਟੈਕ ਕਰਦੀ ਹਾਂ, ਮੈਂ ਕਿਸੇ ਬੰਦੇ ਦੇ ਖਿਲਾਫ ਬੋਲਦੀ। ਪਾਲਿਸੀ ਜਾਂ ਸਰਕਾਰ ਦੀਆਂ ਕਮੀਆਂ, ਸਰਕਾਰ ਦੇ ਕੰਮਾਂ ਦੇ ਸੰਬੰਧ ਵਿੱਚ ਆਪਣੀ ਸਰਕਾਰ ਦੇ ਕੀਤੇ ਕੰਮ, ਦੂਜੀ ਸਰਕਾਰ ਦੀਆਂ ਕਮੀਆਂ, ਉਹ ਤਾਂ ਮੈਂ ਗੱਲ ਕਰ ਸਕਦੀ ਹਾਂ, ਪਰ ਮੈਂ ਨਿੱਜੀ ਤੌਰ 'ਤੇ ਬਹੁਤ ਘੱਟ ਕਿਸੇ ਦੇ ਖਿਲਾਫ ਬੋਲਦੀ ਹਾਂ। ਅਤੇ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਅੱਜ ਤੱਕ ਲੀਡਰਾਂ ਨੇ ਨਿੱਜੀ ਤੌਰ 'ਤੇ ਮੇਰੇ ਖਿਲਾਫ ਵੀ ਬਹੁਤਾ ਪ੍ਰਚਾਰ ਨਹੀਂ ਕੀਤਾ। ਬੀਬੀ ਜੀ, ਤੁਸੀਂ ਮੰਨਦੇ ਹੋ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਨਹੀਂ ਬੋਲਦੇ, ਨਾ ਕੋਈ ਤੁਹਾਡੇ ਖਿਲਾਫ ਬੋਲਦਾ, ਜੋ ਸਿਆਸਤ ਦੇ ਵਿੱਚ ਹੁੰਦਾ ਸ਼ਾਇਦ ਪੰਜਾਬ ਦੇ ਲੋਕ, ਜ਼ਿਆਦਾਤਰ ਲੋਕ ਚਟਕਾਰੇ ਵੀ ਲੈਂਦੇ ਨੇ ਕਿ ਯਾਰ ਫਲਾਣੇ ਲੀਡਰ ਨੇ ਫਲਾਣੇ ਲੀਡਰ ਬਾਰੇ ਕੁਝ ਕਿਹਾ। ਤੁਹਾਨੂੰ ਲੱਗਦਾ ਕਿ ਇਹ ਸਿਆਸਤ ਦਾ ਗਿਰਾਵਟ ਹੈਗੀ ਨਿੱਜੀ ਪੱਧਰ ਤੱਕ ਜਾਣਾ? ਮੈਂ ਸਮਝਦੀ ਹਾਂ ਕਿ ਪਰਸਨਲ ਲਾਈਫ ਦੇ ਉੱਤੇ ਨਹੀਂ ਬੋਲਣਾ ਚਾਹੀਦਾ। ਹਾਂ, ਜਿਹੜੇ ਬੰਦੇ ਦਾ ਕਰੈਕਟਰ ਉਹਦੇ ਯੋਗ ਨਹੀਂ ਉਸ ਪਦਵੀ ਦੇ, ਉਹਨੂੰ ਵੈਸੇ ਹੀ ਨਹੀਂ ਸਿਆਸਤ ਵਿੱਚ ਆਉਣਾ ਚਾਹੀਦਾ, ਕਿਉਂਕਿ ਉਹ ਜੇ ਇਸ ਗੱਲ ਦੀ ਆਪਣੇ ਉਹਨੂੰ ਵੈਲਿਊਏਟ ਨਹੀਂ ਕਰ ਸਕਦਾ ਕਿ ਉਸ ਕੁਰਸੀ ਨਾਲ ਉਹ ਕੀ ਕਹਿੰਦੇ ਉਹਦਾ ਇਨਸਾਫ ਨਹੀਂ ਕਰ ਸਕਦਾ, ਅਤੇ ਉਹਨੂੰ ਕੁਰਸੀ 'ਤੇ ਨਹੀਂ ਜਾਣਾ ਚਾਹੀਦਾ। ਅਤੇ ਕਦੇ ਵੀ ਕਿਸੇ ਦੀ ਪਰਸਨਲ ਲਾਈਫ 'ਤੇ, ਕਦੇ ਕਿਸੇ ਦੇ ਪਰਸਨਲ ਬਿਨਾਂ ਵਜ੍ਹਾ ਤੋਂ ਕਿਸੇ 'ਤੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ। ਸਾਨੂੰ ਇਹ ਦੇਖਣਾ ਚਾਹੀਦਾ ਕਿ ਉਹ ਮਨੁੱਖ ਕੰਮ ਕਿਸ ਤਰ੍ਹਾਂ ਦੇ ਕਰਦਾ, ਕੀ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ, ਸਰਕਾਰ ਦੀਆਂ ਨੀਤੀਆਂ 'ਤੇ ਬੋਲੋ। ਜੇ ਸਰਕਾਰ ਕੰਮ ਕਰ ਰਹੀ ਹੈ, ਘੱਟ ਕਰ ਰਹੀ ਹੈ, ਵੱਧ ਕਰ ਰਹੀ ਹੈ, ਉਹ 'ਤੇ ਬੋਲੋ। ਜੇ ਉਹ ਤੁਹਾਡਾ ਲੀਡਰ ਜਿਹੜਾ ਉਹ ਕੰਮ ਨਹੀਂ ਕਰਦਾ, ਇਲਾਕੇ 'ਚ ਨਹੀਂ ਕਰਦਾ, ਪੰਜਾਬ ਲਈ ਨਹੀਂ ਕਰਦਾ, ਸਰਕਾਰ ਤੋਂ ਪਾਲਿਸੀ ਜਿਹੜੀਆਂ ਉਹ ਨਹੀਂ ਲਾਗੂ ਕਰਦਾ, ਫਿਰ ਤੁਸੀਂ ਕਹਿ ਸਕਦੇ ਹੋ ਵੀ ਇਹ ਕਮੀਆਂ ਨੇ। ਪਰ ਨਿੱਜੀ ਤੌਰ ਦੇ ਉੱਤੇ ਮੈਂ ਸਮਝਦੀ ਕਿਸੇ ਨੂੰ ਨਹੀਂ ਬੋਲਣਾ ਚਾਹੀਦਾ। ਇਹ ਗਿਰਾਵਟ ਹੈ, ਇਹ ਸਾਡੀ ਸਿਆਸਤ ਠੀਕ ਨਹੀਂ ਹੈ। ਰਾਜਨੀਤੀ ਵਿੱਚ ਇੰਨਾ ਨਹੀਂ ਸਾਨੂੰ ਗਿਰਨਾ ਚਾਹੀਦਾ ਕਿ ਕਿਸੇ ਮਨੁੱਖ ਦੇ ਜੀਵਨ ਨੂੰ ਤੁਸੀਂ ਤਬਾਹ ਕਰ ਦਿਓ। ਜੀ ਬੀਬੀ ਜੀ, ਤੁਸੀਂ ਮੰਤਰੀ ਵੀ ਰਹੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ, ਬੜੇ ਉੱਚ ਅਹੁਦਿਆਂ 'ਤੇ ਮਤਲਬ ਤੁਸੀਂ ਰਹੇ ਹੋ। ਤੁਹਾਨੂੰ ਕੀ ਲੱਗਦਾ ਕਿ ਇਸ ਦੌਰਾਨ, ਇਸ ਸਮੇਂ ਦੌਰਾਨ ਤੁਸੀਂ ਕਿਹੜੀਆਂ ਪ੍ਰਾਪਤੀਆਂ ਨੇ ਜਿਹੜੀਆਂ ਤੁਸੀਂ ਕੀਤੀਆਂ ਨੇ? ਤੁਹਾਨੂੰ ਲੱਗਦਾ ਕਿ ਇਹ ਪ੍ਰਾਪਤੀਆਂ ਤੁਹਾਡੇ ਕੋਲੋਂ ਤੁਹਾਡੇ ਰਾਜ ਸਮੇਂ, ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਮੇਂ ਹੋਈਆਂ ਨੇ, ਜਾਂ ਫਿਰ ਤੁਹਾਡੇ ਜਦੋਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਦੋਂ ਹੋਈਆਂ ਨੇ? ਕੋਈ ਕੰਮ ਜਿਹੜੇ ਤੁਸੀਂ ਗਿਣਾਉਣਾ ਚਾਹੋ? ਦੇਖੋ, ਦੇਖਿਆ ਜਾਵੇ ਤਾਂ ਮੈਂ ਜਿਉਂ ਤੋਂ ਤੁਰੀ ਹਾਂ, ਭਾਵੇਂ ਉਹ ਰਾਜਨੀਤੀ ਸੀ ਅਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਕੋਸ਼ਿਸ਼ ਕੀਤੀ ਹੈ ਕਿ ਮੈਂ ਹਰ ਪੱਖ ਤੋਂ ਸੰਗਤਾਂ ਨੂੰ ਸੰਤੁਸ਼ਟ ਕਰ ਸਕਾਂ ਜੀ ਆਪਣੇ ਵੱਲੋਂ। ਚਲੋ ਸਾਰਾ ਟੋਟਲ ਤੇ ਅਸੀਂ ਇੰਨੇ ਦੇਵਤੇ ਤੇ ਹੈ ਨਹੀਂ ਕਿ ਸਾਰੀ ਦੁਨੀਆ ਸਾਡੇ ਤੇ ਖੁਸ਼ ਹੋਏਗੀ ਜੀ। ਸਰਕਾਰ ਦੇ ਹੁੰਦਿਆਂ, ਪੰਜਾਬ ਸਰਕਾਰ ਦੇ ਜਦੋਂ ਅਸੀਂ ਵਿੱਚ ਬੈਠਦੇ ਸੀ ਕੈਬਨਿਟ 'ਚ, ਜੋ ਪੰਜਾਬ ਦੀ ਡਿਵੈਲਪਮੈਂਟ ਦੀਆਂ ਗੱਲਾਂ ਉਹ ਵੱਡੀਆਂ ਗੱਲਾਂ ਨੇ। ਪੰਜਾਬ ਦੀ ਸੜਕਾਂ ਦੀ ਕਨੈਕਟੀਵਿਟੀ ਸਾਰੇ ਸ਼ਹਿਰਾਂ ਦੀ ਕਹਿ ਲਓ, ਏਅਰਪੋਰਟ ਵਰਗੀਆਂ ਚੀਜ਼ਾਂ, ਏਮਸ ਵਰਗੇ ਹਸਪਤਾਲ, ਉਹ ਸਾਰੀਆਂ ਪਲੈਨਿੰਗਸ ਬਣਦੀਆਂ ਸੀ ਜੀ। ਅਤੇ ਮੈਨੂੰ ਮਾਣ ਹੈ ਕਿ ਉਹ ਸਾਰੀ ਡਿਵੈਲਪਮੈਂਟ ਜਿਹੜੀ ਅੱਜ ਦਿਸਦੀ ਹੈ ਉਹ ਤਕਰੀਬਨ 97 ਤੋਂ ਲੈ ਕੇ ਸਾਡੇ ਕਾਲ ਵਿੱਚ 3 ਵਾਰੀ ਸਰਕਾਰਾਂ ਜਿਹੜੀਆਂ ਬਣੀਆਂ ਉਹਦੇ ਵਿੱਚ ਹੀ ਹੋਇਆ। ਜ਼ਿਆਦਾ ਪੰਜਾਬ ਦੀ ਜੋ ਇਨਫਰਾਸਟਰਕਚਰ ਡਿਵੈਲਪਮੈਂਟ, ਐਜੂਕੇਸ਼ਨ ਦੀ ਡਿਵੈਲਪਮੈਂਟ, ਹੈਲਥ ਦੀ ਡਿਵੈਲਪਮੈਂਟ, ਜੋ ਕੁਝ ਵੀ ਹੋਇਆ ਜਾਂ ਯਾਦਗਾਰਾਂ ਕੋਈ ਅਸੀਂ ਬਣੀਆਂ ਧਾਰਮਿਕ ਤੌਰ 'ਤੇ ਬਣਾਈਆਂ, ਉਹ ਸਾਰੀਆਂ ਸਰਕਾਰ ਦੇ ਵਿੱਚ ਬਣਾਈਆਂ। ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਉਹਦੇ ਵਿੱਚ ਬਤੌਰ MLA ਜਾਂ ਬਤੌਰ ਪਾਰਟੀ ਦੀ ਨੁਮਾਇੰਦਾ ਬਣ ਕੇ ਨਾਲ ਬੈਠਦੀ ਰਹੀ ਹਾਂ ਜੀ। ਦੂਸਰੀ ਗੱਲ ਜਿਹੜੀ ਹੈਗੀ ਹੈ ਧਾਰਮਿਕ ਤੌਰ 'ਤੇ, ਧਾਰਮਿਕ ਤੌਰ ਉੱਤੇ ਮੈਂ ਇਹ ਗੱਲ ਕਹਿ ਸਕਦੀ ਹਾਂ ਕਿ ਪਹਿਲੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਚੋਣ ਲੜੀ 1996 'ਚ। ਮੈਨੂੰ ਨਹੀਂ ਪਤਾ ਕਿ ਪਾਰਟੀ ਨੇ ਮੇਰੇ 'ਚ ਕੀ ਯੋਗਤਾ ਦੇਖੀ, ਪਾਰਟੀ ਨੇ ਮੈਨੂੰ ਕਿਉਂ ਐਡੀ ਵੱਡੀ ਪਦਵੀ 'ਤੇ ਬਿਠਾ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਾਂ ਮੁੱਖ ਸੇਵਾਦਾਰ
ਪਹਿਲੀ ਚੋਣ ਤੋਂ ਬਾਅਦ ਹੀ ਮੈਨੂੰ ਉੱਥੇ ਬਣਾਇਆ, ਨਹੀਂ ਤੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਤੇ ਉਹ ਕੁਰਸੀ ਜਿਹੜੀ ਹੈ ਜਾਂ ਉਹ ਥਾਂ ਜਿਹੜੀ ਹੈ ਉਹ ਲੈਣੀ ਬੜੀ ਔਖੀ ਹੁੰਦੀ। ਜਦੋਂ 1996 'ਚ ਮੈਂ ਚੋਣ ਲੜੀ ਹੈ, 1997 'ਚ ਮੈਂ MLA ਬਣੀ ਹੈ ਤੇ 1997 'ਚ ਹੀ ਮੈਂ ਬਤੌਰ ਮਿਨਿਸਟਰ ਸੇਵਾ ਕੀਤੀ। ਸੋਸ਼ਲ ਸਿਕਿਉਰਿਟੀ ਆਫ ਵੂਮਨ ਐਂਡ ਚਿਲਡਰਨ, ਟੂਰਿਜ਼ਮ, ਕਲਚਰਲ ਡਿਪਾਰਟਮੈਂਟ ਸੀ ਮੇਰੇ ਕੋਲ। ਮੇਰਾ ਖਿਆਲ ਹੈ ਕਿ ਜਿੰਨੇ ਉਹ 1.5 ਸਾਲ ਦੇ ਵਿੱਚ ਉਹਦੇ 'ਚ ਮੈਂ ਕੰਮ ਕੀਤੇ ਹੋਣਗੇ, ਅੱਜ ਵੀ ਤੁਸੀਂ ਕਿਤੇ ਉਹਨੂੰ ਫੋਲੋਗੇ ਨਾ ਜੀ, ਰਿਮਾਰਕੇਬਲ ਉਹਦੇ 'ਚੋਂ ਕੰਮ ਨਜ਼ਰ ਆਉਣਗੇ ਜੀ। 24 ਘੰਟੇ ਦਿਨ ਰਾਤ ਮੈਂ ਸੋਚਦੀ ਹੁੰਦੀ ਸੀ ਆਫਿਸਰਸ ਨਾਲ ਮੀਟਿੰਗਾਂ ਕਰ ਕਰਕੇ ਮੈਂ। ਔਰ ਇੱਕ ਮੇਰੀ ਆਦਤ ਹੈ, ਮੈਂ ਜਿੱਥੇ ਜਾਂਦੀ ਹਾਂ ਨੂੰ ਸਟੱਡੀ ਬਹੁਤ ਕਰਦੀ, ਉਸ ਮਹਿਕਮੇ ਨੂੰ ਸਟੱਡੀ ਕਰਨਾ, ਉਹ 'ਚ ਕੀ ਕਮੀਆਂ ਨੇ, ਅਸੀਂ ਕੀ ਕਰ ਸਕਦੇ ਹਾਂ ਅਫਸਰਾਂ ਨਾਲ, ਮੈਂ ਕਰਦੀ ਹਾਂ। ਸੈਕੰਡਲੀ ਜਿਹੜੀ 1999 'ਚ ਜਦੋਂ ਖਾਲਸੇ ਦਾ 300 ਸਾਲਾ ਆਇਆ ਜੀ, ਉਸ ਵੇਲੇ ਮੈਨੂੰ ਬੁਲਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਊਸ 185 ਦਾ। ਉਹਦੇ ਵਿੱਚੋਂ 100 ਸਾਲ ਦੇ ਇਤਿਹਾਸ ਵਿੱਚੋਂ ਕਿਸੇ ਔਰਤ ਨੂੰ ਉੱਥੋਂ ਮੁੱਖ ਸੇਵਾਦਾਰ ਬਣਾਉਣਾ, ਇਹ ਤੋਂ ਵੱਡੀ ਮੇਰੀ ਖੁਸ਼ਕਿਸਮਤੀ ਨਹੀਂ ਸੀ ਹੋ ਸਕਦੀ ਕਿਸੇ ਦੀ ਵੀ। ਇਤਿਹਾਸ ਵਿੱਚ ਪਹਿਲੀ ਔਰਤ, ਤੇ ਇੰਨੇ ਛੋਟੇ ਸਮੇਂ 'ਚ ਮੇਰੀ ਪਾਰਟੀ ਨੇ ਕਹਿ ਲਓ, ਸਿੱਖ ਕੌਮ ਨੇ ਕਹਿ ਲਓ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕਹਿ ਲਓ ਕਿ ਮੇਰੇ ਤੇ ਇਤਬਾਰ ਕੀਤਾ ਤੇ ਮੈਨੂੰ ਉਹ ਜਗ੍ਹਾ ਦਿੱਤੀ। ਉਹਦੇ ਵਿੱਚ ਬਹੁਤ ਮਹੱਤਵਪੂਰਨ ਕਾਰਜ ਹੋਏ। ਭਾਵੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੰਜ ਪ੍ਰਧਾਨੀ ਪ੍ਰਣਾਲੀ ਦੀ ਗੱਲ ਆਈ, ਜੇ ਕਿਤੇ ਅਵੱਗਿਆ ਹੋਈ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਕੀਤੀ ਹੈ। ਮੈਂ ਤੁਹਾਨੂੰ ਮੂਮੈਂਟ ਦੱਸਣਾ ਚਾਹੁੰਦੀ ਸੀ, ਜਿਹੜਾ ਈਵੈਂਟ ਕੀ ਬਣਿਆ। ਉਹਨਾਂ ਨੇ ਗੂਨੇ ਤੋਂ ਮੈਨੂੰ ਇਸ ਕਰਕੇ ਛੇਕ ਦਿੱਤਾ ਸੀ ਕਿ ਨਾਨਕ ਕੈਲੰਡਰ ਕਿਉਂ ਲਾਗੂ ਕਰਤਾ। 5 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰਬ ਮਨਾਉਣਾ ਸੀ ਜੀ। ਤੁਸੀਂ ਇਹ ਦੇਖੋ, ਮੈਨੂੰ ਹੈਰਾਨੀ ਹੋਈ ਜਦੋਂ ਉਹਨਾਂ ਨੇ ਇੱਕ ਭੇਜ ਦਿੱਤੀ, ਕੀ ਕਹਿੰਦਾ ਹੁੰਦਾ, ਚਿੱਠੀ ਅਖਬਾਰਾਂ ਨੂੰ ਕਿ ਅਸੀਂ ਇਹਨੂੰ ਛੇਕਿਆ ਜਾਂਦਾ ਇਸੇ ਕੌਮ 'ਚ। ਮੇਰੇ ਵਾਸਤੇ ਉਸ ਵੇਲੇ ਬੜੀ ਮੁਸ਼ਕਲ ਦੀ ਘੜੀ ਬਣੀ, ਮੈਂ ਸੋਚ ਨਹੀਂ ਸਕਦੀ। ਪੁੱਛਿਆ ਮੀਡੀਆ ਨੇ ਕਾਹਦੇ ਤੋਂ, ਉਹਨੇ ਕਿਹਾ ਜੀ ਇੰਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਜਿਹੜਾ ਕੌਮ ਨੇ ਬਣਾਇਆ ਸੀਗਾ, ਟੌੜਾ ਸਾਹਿਬ ਦੇ ਵੇਲੇ ਤਿਆਰ ਪਿਆ ਹੋਇਆ ਸੀਗਾ, 20 ਲੱਖ ਦੀ ਉਹ ਕਾਪੀ ਛਪੀ ਹੋਈ ਸੀ। ਮੈਂ ਕਿਹਾ ਕੋਈ ਇਹਦੇ ਪਾਪ ਨਹੀਂ ਹੈਗਾ, ਇਹ ਅਵੱਗਿਆ ਨਹੀਂ ਹੈਗੀ ਜਾਂ ਕੋਈ ਕੁਰੈਤ ਨਹੀਂ ਹੈਗੀ, ਇਹਦੇ 'ਚ ਤਾਂ ਕੋਈ ਵੱਡੀ ਗੱਲ ਨਹੀਂ ਸੀ। ਚਲੋ ਖੈਰ, ਉਹਦੇ ਵਿੱਚ ਮੇਰੇ ਲਈ ਇੱਕ ਪ੍ਰੀਖਿਆ ਦੀ ਘੜੀ ਸੀ ਕਿ 28 ਦਿਨ ਮੈਂ ਲਗਾਤਾਰ ਇਕਾਂਤਵਾਸ ਵਿੱਚ ਰਹਿ ਕੇ ਸੰਗਤਾਂ ਨੂੰ ਮੌਕਾ ਦਿੱਤਾ ਕਿ ਤੁਸੀਂ ਇਹਦੀ ਸਾਰੀ ਮਤਲਬ ਵੀ ਕਹੋ ਸੈਮੀਨਾਰ ਕਰੋ, ਸਟੱਡੀ ਕਰੋ। ਮੈਂ ਗਲਤ ਹੈ ਕਿ ਸਿੰਘ ਸਾਹਿਬ ਨੇ ਗੁਰਮਤਿ ਦਾ ਕਾਣ ਕੀਤਾ ਜੀ, ਔਰ ਲੰਬੀ ਕਹਾਣੀ ਹੈ, ਮੈਂ ਉਹਦੇ 'ਚ ਨਾ ਪਾਵਾਂ। ਤੁਸੀਂ ਇਹ ਦੇਖੋ ਕਿ ਐਸਾ ਸਮਾਂ ਆਇਆ ਕਿ ਕੌਮ ਨੇ ਕਿਹਾ ਕਿ ਬੀਬੀ ਜਗੀਰ ਕੌਰ ਸਹੀ ਹੈ, ਕੋਈ ਅਵੱਗਿਆ ਨਹੀਂ, ਕੋਈ ਕੁਰੈਤ ਨਹੀਂ। ਇਹ ਤਾਂ ਇੱਕ ਸਿਸਟਮ ਸੀ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀਗਾ ਵੀ ਕੌਮ ਦਾ ਇੱਕ ਦਿਹਾੜੇ ਮਿਥੇ ਜਾਣ, ਸਾਰੀ ਕੌਮ ਇੱਕੋ ਦਿਨ ਗੁਰਪੁਰਬ ਮਨਾਵੇ, ਸਾਰੀ ਕੌਮ ਇਤਿਹਾਸ ਨਾਲ ਜੁੜ ਜਾਵੇ, ਉਹਨੂੰ ਪਤਾ ਲੱਗ ਜਾਵੇ ਗੁਰੂ ਨਾਨਕ ਪੁਰਬ ਕਦੋਂ ਹੈ, ਸੰਗਰਾਂਦ ਕਦੋਂ ਹੈ, ਮੱਸਿਆ ਕਦੋਂ ਹੈ ਤੇ ਬਾਕੀ ਗੁਰਪੁਰਬ ਕਦੋਂ ਹੈ। ਬਸ ਇੰਨੀ ਗੱਲ ਸੀਗੀ। ਤੇ ਮੇਰੇ ਦਿਮਾਗ ਸੀ ਵੀ ਸਾਰੇ ਵਰਲਡ ਵਿੱਚ ਸਿੱਖ ਕੌਮ ਇਸ ਵੇਲੇ ਫੈਲੀ ਹੈ ਤੇ ਉਹ ਸਾਰੀ ਸਿੱਖ ਕੌਮ ਇੱਕੋ ਸਮੇਂ ਦੇ ਉੱਤੇ ਇਹ ਦਿਹਾੜੇ ਮਨਾਇਆ ਕਰੇ ਜੀ। ਮੈਂ ਵੀ ਨਹੀਂ ਸੀ ਤਿਆਰ ਕਰਾਇਆ, ਪੁਰੇਵਾਲ ਨੇ ਤਿਆਰ ਕੀਤਾ ਸੀ, ਟੌੜਾ ਸਾਹਿਬ ਨੇ ਤਿਆਰ ਕਰਵਾਇਆ ਸੀ ਤੇ ਉਹ ਬੰਦ ਪਿਆ ਸੀਗਾ ਜੇ ਚਾਲੂ ਨਹੀਂ ਸੀ ਹੋਇਆ। ਉਹਦੇ ਤੋਂ ਬਾਅਦ ਮੈਂ ਫਿਰ ਉਹ ਜਦੋਂ ਸਿੱਖ ਕੌਮ ਨੂੰ ਯਕੀਨ ਹੋ ਗਿਆ, ਉਹ ਮੈਂ ਉਹਦੇ 'ਚ ਆਈ ਔਰ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਨੇ ਜੋ ਕੀਤਾ, ਸਾਰੀ ਐਗਜ਼ੈਕਟਿਵ ਨੂੰ ਛੇਕ ਦਿੱਤਾ ਕਿ ਬੀਬੀ ਕੋਲ ਕਿਉਂ ਬੈਠੇ। ਅੱਛਾ ਜੀ। ਅਸੀਂ ਫਿਰ ਉਹਦੇ 'ਚ ਗੁਰਮਤਾ ਕੀਤਾ। ਗੁਰਮਤਾ ਕਰਕੇ ਅਸੀਂ ਕਿਹਾ ਕਿ ਨਹੀਂ, ਐਡਾ ਵੱਡਾ ਕਾਣ ਕਰ ਰਹੇ ਹੈ ਕਿ ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਇਹਨਾਂ ਨੂੰ ਕੋਈ ਗੁਰਮਤਾ ਕਰਨਾ ਚਾਹੀਦਾ ਵੀ ਪੰਜ ਸਿੰਘ ਸਾਹਿਬਾਨ ਬੈਠਣ ਜੀ, ਮੈਨੂੰ ਬੁਲਾਉਣ, ਮੈਨੂੰ ਸਵਾਲ ਕਰਨ ਕਿ ਇਹ ਗੱਲ ਹੈ, ਤੁਸੀਂ ਇਹਦਾ ਜਵਾਬ ਦਿਓ, ਮੈਂ ਸਪਸ਼ਟੀਕਰਨ ਦੇਵਾਂ। ਨਹੀਂ ਸੰਤੁਸ਼ਟ ਹੁੰਦੇ ਪੰਜ ਸਿੰਘ ਸਾਹਿਬਾਨ ਤੇ ਮੈਨੂੰ ਸਜ਼ਾ ਲਾ ਦੇਣ ਜੀ। ਇਹੀ ਨਾ ਸਿਸਟਮ ਤੇ ਇਹੀ ਹੈ ਜੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਪੰਜ ਸਿੰਘ ਸਾਹਿਬਾਨਾਂ ਕੋਲ ਪੇਸ਼ ਹੋਣ ਨੂੰ ਤਿਆਰ ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ, ਲੇਕਿਨ ਤੁਸੀਂ ਜੋ ਕਰ ਰਹੇ ਹੋ ਉਹ ਗਲਤ ਹੈ, ਮੈਂ ਇਸ ਤਰ੍ਹਾਂ ਨਹੀਂ ਪੇਸ਼ ਹੋਣਾ। ਆਓ ਪੰਜ ਸਿੰਘ ਸਾਹਿਬਾਨ ਬੈਠੋ, ਮੈਨੂੰ ਸੁਣੋ, ਫਿਰ ਮੈਂ ਜਵਾਬ ਦਿਆਂ। ਮੈਨੂੰ ਭਾਵੇਂ ਸਾਰੀ ਜ਼ਿੰਦਗੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕ ਦਿਓ, ਸਾਰੀ ਜ਼ਿੰਦਗੀ ਲਈ ਮੈਨੂੰ ਉੱਥੇ ਸੇਵਾ ਲਾ ਦਿਓ, ਮੈਂ ਕਰਨ ਨੂੰ ਤਿਆਰ ਹਾਂ, ਪਰ ਪੰਜ ਪ੍ਰਧਾਨੀ ਪ੍ਰਣਾਲੀ ਨੂੰ ਬਹਾਲ ਕੀਤਾ ਜਾਵੇ। ਉਦੋਂ ਤੋਂ ਲੈ ਕੇ ਦੇਖੋ, ਮੈਂ ਫਿਰ ਉਹਨਾਂ ਨੂੰ ਅਸੀਂ ਐਗਜ਼ੈਕਟਿਵ ਦੇ ਵਿੱਚ ਪਾਸ ਕਰਕੇ ਸਿੰਘ ਸਾਹਿਬ ਨੂੰ ਲਾਇਆ ਜੀ ਵੀ ਗੁਰਮਤਿ ਦਾ ਕਾਣ ਕੀਤਾ, ਮਰਿਆਦਾ ਦਾ ਕਤਲ ਕੀਤਾ
ਤੇ ਸਾਰੀ ਕੌਮ ਨੇ ਉਹਨੂੰ ਸਵੀਕਾਰ ਕੀਤਾ। ਤੁਸੀਂ ਹੈਰਾਨ ਹੋਵੋਗੇ ਕਿ ਨਹੀਂ ਤੇ ਆਮ ਤੌਰ ਤੇ ਦੁਬਿਧਾ ਪੈ ਜਾਂਦੀ ਹੈ। ਸਾਰੀ ਕੌਮ ਨੇ ਕਿਹਾ ਕਿ ਬੀਬੀ ਜਗੀਰ ਕੌਰ ਜੀ ਤੇ ਕੈਬਨਿਟ ਨੇ ਬਿਲਕੁਲ ਠੀਕ ਕੀਤਾ, ਇਹ ਨਹੀਂ ਸੀ ਹੋਣਾ ਚਾਹੀਦਾ। ਗੁਰਮਤ ਦਾ ਕਾਣ, ਮਰਿਆਦਾ ਦਾ ਕਾਣ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਜਥੇਦਾਰ ਨੇ ਜੇ ਗਲਤੀ ਕੀਤੀ ਸੀ ਤੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਵੀ ਤੁਸੀਂ ਗਲਤੀ ਕਰ ਰਹੇ ਹੋ, ਇਸ ਪਾਸੇ ਨਾ ਜਾਓ। ਤੇ ਫਿਰ ਉਹਨਾਂ ਨੂੰ ਅਸੀਂ ਉੱਥੋਂ ਲੱਤ ਦੂਜੇ ਲਾਤੇ ਸੀ, ਗਿਆਨੀ ਜੋਗਿੰਦਰ ਸਿੰਘ ਜੀ ਬਿਆਨ ਦੀ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਉਸ ਤੋਂ ਬਾਅਦ ਸਕੂਲ ਬਣਾਉਣੇ ਜਾਂ ਬਾਕੀ ਕਾਰਜ ਕਰਨੇ, ਯੂਨੀਵਰਸਿਟੀ ਤੱਕ ਵੀ ਸਥਾਪਿਤ ਕੀਤਾ, ਧਰਮ ਦੇ ਪ੍ਰਚਾਰ ਵਾਸਤੇ ਬਹੁਤ ਵੱਡੇ ਕੰਮ ਕੀਤੇ, ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ। ਸਾਰੀਆਂ ਹੀ ਸ਼ਤਾਬਦੀਆਂ ਜਦੋਂ ਆਈਆਂ, ਭਾਵੇਂ ਸ਼ਹੀਦਾਂ ਦੀਆਂ ਸੀ, ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ ਜਾਂ ਮੁਕਤਸਰ ਸਾਹਿਬ, ਜਾਂ 400 ਸਾਲਾਂ ਫਿਰ ਅੱਗੇ ਆ ਗਿਆ ਸੀ 2004 'ਚ ਮੈਂ ਫਿਰ ਦੁਬਾਰਾ ਬਣੀ ਸੀ ਉਸ ਜੀ, ਦੁਬਾਰਾ ਫਿਰ 2004 'ਚ ਮੈਨੂੰ ਮੁੱਖ ਸੇਵਾਦਾਰ ਬਣਾਇਆ। ਉਦੋਂ ਫਿਰ 400 ਸਾਲ ਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹ ਮਨਾਇਆ। ਉਦੋਂ ਅਸੀਂ ਅਜੇ ਪ੍ਰਧਾਨ ਦੀ ਚੋਣ ਨਹੀਂ ਸੀ ਹੋਈ, ਉਦੋਂ ਮੈਂਬਰ ਹੀ ਸੀ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਮਨਾਇਆ। ਉੱਥੇ ਮੈਂ ਵੱਡੀ ਸਟੇਜ ਦੇ ਉੱਤੇ ਬਤੌਰ ਸਟੇਜ ਸੈਕਟਰੀ ਉਹ ਮੈਂ ਕੰਡਕਟ ਕੀਤੀ, ਉਹ ਵੀ ਬੜੀ ਕਾਮਯਾਬ ਹੋਈ। ਸੋ ਮੇਰੇ ਕਹਿਣ ਤੋਂ ਭਾਵ ਕਿ ਜਦੋਂ ਵੀ ਕੋਈ ਕਾਰਜ ਹੋਏ ਹੈ, ਵਰਲਡ ਸਰਵ ਧਰਮ ਸੰਮੇਲਨ ਹੋਇਆ ਸਾਊਥ ਅਫਰੀਕਾ ਦੇ ਵਿੱਚ, ਮੈਂ ਉੱਥੇ ਗਈ ਔਰ ਪਹਿਲੀ ਵਾਰੀ ਉਹਨਾਂ ਨੇ ਕਿਹਾ ਕਿ ਕਿਸੇ ਕੌਮ ਦਾ ਪ੍ਰਧਾਨ ਇੱਥੇ ਆ ਕੇ, ਧਾਰਮਿਕ ਪ੍ਰਧਾਨ ਜਿਹੜਾ ਇੱਥੇ ਆ ਕੇ ਉਹਨੇ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ। ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਕੀ ਹੈ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੀ ਹੈ। ਸੋ ਮੇਰੇ ਬਹੁਤ ਸਾਰੇ ਕਾਰਜ ਐਸੇ ਹੈ ਜਿਹੜੇ ਇੱਥੋਂ ਡਿਫਾਈਨ ਕਰਨੇ ਔਖੇ ਹੁੰਦੇ। ਇਹ ਹੁਣ ਜਦੋਂ ਲਾਸਟ ਵਿੱਚ ਮੈਂ ਬਣੀ ਹੈ ਪਿਛਲੇ ਸਾਲ ਜੀ, ਉਸ ਵੇਲੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਕਿ ਕੋਵਿਡ ਦਾ ਸਮਾਂ ਆ ਗਿਆ, ਕਿਸਾਨੀ ਮੋਰਚਾ ਲੱਗ ਗਿਆ। 1 ਸਾਲ ਲਗਾਤਾਰ ਜਿਸ ਢੰਗ ਨਾਲ ਕੋਵਿਡ ਦੇ ਮਰੀਜ਼ਾਂ ਦੀ ਸੇਵਾ ਕੀਤੀ ਗਈ, ਸਾਰੇ ਸੰਸਾਰ ਨੂੰ ਪਤਾ। ਕੰਸੈਂਟਰੇਟਰ ਲਿਆ ਕੇ ਬਾਹਰਲੇ ਦੇਸ਼ਾਂ ਤੋਂ ਵੀ ਮੰਗਾਏ, ਲੋਕਾਂ ਦੀ ਸੇਵਾ ਕੀਤੀ, ਵੱਡੇ ਵੱਡੇ ਕੈਂਪ ਲਾਏ, ਵੱਡੇ ਅਸੀਂ ਸਥਾਪਿਤ ਕੀਤੇ ਟੈਂਪਰੇਰੀ ਹਸਪਤਾਲ। ਫਿਰ ਕਿਸਾਨੀ ਮੋਰਚੇ 'ਚ ਲਗਾਤਾਰ 1 ਸਾਲ ਲੰਗਰ ਲਾਉਣਾ, ਉਹਨਾਂ ਦੀਆਂ ਮੈਡੀਕਲ ਫੈਸਿਲਿਟੀਜ਼ ਦੇਣੀਆਂ, ਉਹਨਾਂ ਨੂੰ ਟਾਇਲਟਸ ਬਣਾ ਕੇ ਦੇਣੀਆਂ, ਉਹਨਾਂ ਨੂੰ ਉੱਥੇ ਹਸਪਤਾਲ ਦਾ ਪੂਰੀ ਐਂਬੂਲੈਂਸਾਂ ਖੜੀਆਂ ਕਰ ਕਰਕੇ ਸੇਵਾ ਕੀਤੀ। ਸੋ ਮੈਡੀਕਲ ਕਾਲਜ, ਯੂਨੀਵਰਸਿਟੀ, ਹਰਿਆਣਾ ਦਾ ਮੈਡੀਕਲ ਕਾਲਜ, ਇਹ ਤਕਰੀਬਨ ਸਾਰੇ ਕੰਪਲੀਟ ਜਿਹੜੇ ਸੀ ਉਹ ਮੇਰੇ ਕਾਲਜ ਹੋਏ ਜੀ। ਸੋ ਬਹੁਤ ਸਾਰੀਆਂ ਐਸੀਆਂ ਸੇਵਾਵਾਂ ਮੈਂ ਉਹਨੂੰ ਦੁਹਰਾ ਨਹੀਂ ਸਕਦੀ, ਲੰਬਾ ਸਮਾਂ ਹੋ ਜਾਣਾ, ਕਿਉਂਕਿ ਐਡੇ ਵੱਡੇ ਕਾਲ ਨੂੰ ਦੁਹਰਾਉਣਾ। 4 ਵਾਰੀ ਮੈਂ ਬਤੌਰ ਮੁੱਖ ਸੇਵਾਦਾਰ ਰਹੀ ਹਾਂ ਜੀ। ਮੈਨੂੰ ਖੁਸ਼ੀ ਹੈ, ਮੈਨੂੰ ਮਾਣ ਹੈ। ਸਿੱਖ ਕੌਮ ਦਾ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਸੀ ਕਿ ਸੋ ਕਿਉ ਮੰਦਾ ਆਖੀਏ ਜਿੱਤ ਜਾ ਮੈਂ ਰਾਜਾ, ਜਦੋਂ ਉਹਨਾਂ ਨੇ ਜਨਨੀ ਕਹਿ ਕੇ ਸਨਮਾਨਿਆ, ਤੇ ਸਿੱਖ ਕੌਮ ਨੇ ਹੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਪਾਲ ਕੇ ਇੱਕ ਔਰਤ ਨੂੰ ਮਰਦ ਪ੍ਰਧਾਨ ਦੇਸ਼ ਦੇ ਵਿੱਚ ਐਡੀ ਵੱਡੀ ਪਦਵੀ ਦੇ ਉੱਤੇ ਸੇਵਾਦਾਰ ਦੇਣੀ, ਮੈਨੂੰ ਸਕੂਨ ਹੈ ਇਸ ਗੱਲ ਦਾ ਕਿ ਮੇਰੇ ਤੇ ਵਿਸ਼ਵਾਸ ਕੀਤਾ ਜੀ। ਅੱਛਾ ਬੀਬੀ ਜੀ, ਜਦੋਂ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ, ਕਦੇ ਦਿੱਲੀ ਕੰਬਦੀ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਜਥੇਦਾਰ ਸਾਹਿਬ ਕੋਈ ਬਿਆਨ ਦਿੰਦੇ ਸੀ, ਕੋਈ ਗੱਲ ਆਖਦੇ ਸੀ, ਤਾਂ ਤੁਹਾਨੂੰ ਕਿਉਂ ਲੱਗਦਾ ਹੈ ਇੱਦਾਂ, ਜਾਂ ਫਿਰ ਤੁਸੀਂ ਕੀ ਮੰਨਦੇ ਹੋ ਕਿ ਇਹ ਸੰਸਥਾਵਾਂ ਨੂੰ ਕਮਜ਼ੋਰ ਕਿਹਨੇ ਕੀਤਾ? ਕਿਉਂਕਿ ਵਿਰੋਧੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ, ਬਾਦਲ ਪਰਿਵਾਰ, ਇਹਨਾਂ ਨੇ ਕਮਜ਼ੋਰ ਕੀਤਾ। ਤੁਸੀਂ ਕੀ ਮੰਨਦੇ ਹੋ ਕਿ ਇਹ ਆਖਰ ਇੰਨੇ ਲੰਮੇ ਸਮੇਂ ਦੌਰਾਨ ਇਹ ਸਾਰਾ ਕੁਝ ਹੋਇਆ ਕਿਉਂ, ਤੇ ਇਹਦੇ ਵਰਤਾਰੇ ਦੇ ਪਿੱਛੇ ਤੁਸੀਂ ਕੀ ਮੰਨਦੇ ਹੋ? ਐਕਚੁਅਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੰਘਰਸ਼ ਵਿੱਚੋਂ ਨਿਕਲ ਕੇ ਅਸੀਂ ਪ੍ਰਾਪਤ ਕੀਤੀ ਜੀ। ਗੁਰਦੁਆਰਾ ਸੁਧਾਰ ਲਹਿਰ ਹੋਇਆ, ਕੁਰਬਾਨੀਆਂ ਹੋਈਆਂ, ਸ਼ਹੀਦੀਆਂ ਹੋਈਆਂ, ਔਰ ਇਹ ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸਰਵਉੱਚ ਸੰਸਥਾ ਹੈ। ਉੱਥੋਂ ਜੋ ਸੰਦੇਸ਼ ਦਿੱਤਾ ਜਾਂਦਾ ਸਾਰੀ ਕੌਮ ਸਿਰ ਨਿਵਾ ਕੇ ਮੰਨਦੀ ਹੈ, ਔਰ ਉਸੇ ਸੰਸਥਾਵਾਂ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀ ਉਹ ਉਤਪਤੀ ਹੋਈ ਜੀ। ਇਸੇ ਕਰਕੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਨੇ ਉਸ ਵੇਲੇ ਇਸ ਲਈ ਬਣਾਇਆ ਸੀ ਵੀ ਸ਼੍ਰੋਮਣੀ ਅਕਾਲੀ ਦਲ ਸਾਡੇ ਸਾਰੇ ਜਿਹੜੇ ਧਾਰਮਿਕ ਅਦਾਰੇ ਹੈ ਉਹਨਾਂ ਦੀ ਰਾਖੀ ਕਰ ਸਕਣ, ਭਾਵ ਕਿ ਬਾਹਰੋਂ ਸਾਨੂੰ ਸ਼ੈਲਟਰ ਦਿੱਤੀ ਜਾ ਸਕੇ, ਵੀ ਅਸੀਂ ਕੋਈ ਐਸੀ ਗੱਲ ਨਾ ਹੋ ਸਕੇ ਜੀ। ਸਾਡੇ ਕੋਲ ਜਿੱਦਾਂ ਇੱਕ ਸਿਕਿਉਰਿਟੀ ਟਾਈਪ ਦੇ ਉੱਤੇ ਨਾਲ ਰਹਿਣ, ਟਾਸਕ ਫੋਰਸ ਬਣ ਕੇ ਨਾਲ ਰਹਿਣ, ਜਾਂ ਕਿਤੇ ਜ਼ੁਲਮ ਹੁੰਦਾ ਹੈ, ਜਾਂ ਕਿਤੇ ਬੇਇਨਸਾਫੀਆਂ ਹੁੰਦੀਆਂ, ਜਾਂ ਕਿਤੇ ਧੱਕਾ ਹੁੰਦਾ ਹੈ, ਤੇ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਜਿੱਦਾਂ ਪਹਿਲਾਂ ਇਹਨਾਂ ਨੇ ਲੜਾਈ ਲੜੀ ਹੈ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੀ ਹੈ, ਸਾਡੇ ਲੀਡਰਾਂ ਨੇ, ਪੰਡਿਤ ਜਵਾਹਰ ਲਾਲ ਨਹਿਰੂ ਵਰਗੇ, ਮਹਾਤਮਾ ਗਾਂਧੀ ਜੀ ਵਰਗਿਆਂ ਨੇ ਉਸ ਵੇਲੇ ਕਹਿ ਦਿੱਤਾ ਸੀਗਾ ਕਿ ਦੇਸ਼ ਦੀ ਆਜ਼ਾਦੀ ਦੀ ਅੱਧੀ ਲੜਾਈ ਜਿੱਤ ਲਈ ਹੈ। ਮਤਲਬ ਸਿੱਖਾਂ ਦੀ ਬਹਾਦਰੀ ਨੂੰ ਦੇਖ ਕੇ ਕਹਿੰਦਾ ਸੀ ਵੀ ਇੰਨਾ ਜ਼ੁਲਮ ਸਹਿ ਕੇ ਵੀ ਇਹਨਾਂ ਨੇ ਕੁਰਬਾਨੀਆਂ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਲਿਆਂਦੀ, ਉਹਦਾ ਐਕਟ ਬਣਿਆ, ਸਾਰੇ ਗੁਰਦੁਆਰੇ ਜਿਹੜੇ ਆ ਆਪਣੇ ਸੇਵਾ 'ਚ ਲੈ ਲਏ ਜੀ।
ਹੁਣ ਗੱਲ ਇਹ ਹੈਗੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਇੱਕ ਐਕਟ ਦੇ ਤਹਿਤ ਕਨਸਟੀਟਿਊਸ਼ਨਲੀ ਚੁਣੀ ਜਾਂਦੀ ਬੋਡੀ ਹੈ ਜੀ। ਇਹ ਸੰਵਿਧਾਨਿਕ ਤੌਰ ਦੇ ਉੱਤੇ ਇਹਦੀ ਚੋਣ ਹੁੰਦੀ ਜੀ। ਤੇ ਪਹਿਲਾਂ ਚੋਣ ਹੁੰਦੀ ਸੀ ਪੰਜਾਬ ਦੇ ਲੈਵਲ ਦੇ ਉੱਤੇ, ਕਿਉਂਕਿ ਸਾਰਾ ਪੰਜਾਬ ਸੀ, ਜਿਹੜੇ ਗੁਰਦੁਆਰੇ ਸੀ ਉਹ ਪੰਜਾਬ 'ਚ ਹੀ ਸੀ, ਵੱਡਾ ਪੰਜਾਬ ਸੀ। ਜਦੋਂ ਭਾਵੇਂ ਉਹ ਪਾਕਿਸਤਾਨ 'ਚ ਰਹਿ ਗਿਆ ਹਿੱਸਾ ਤੇ ਭਾਵੇਂ ਇੱਧਰ ਆ ਗਿਆ, ਜਦੋਂ ਪਾਕਿਸਤਾਨ 'ਚ ਰਹਿ ਗਿਆ ਅਸੀਂ ਇੱਧਰ ਆ ਗਏ, ਉਦੋਂ ਫਿਰ ਪੰਜਾਬ 3 ਹਿੱਸਿਆਂ 'ਚ ਫਿਰ ਵੰਡਿਆ ਗਿਆ, ਹਰਿਆਣਾ, ਹਿਮਾਚਲ, ਪੰਜਾਬ ਜੀ। ਜਿਹਦੇ ਕਰਕੇ ਇਹ ਬੋਡੀ ਜਿਹੜੀ ਸੀ 3 ਸਰਕਾਰਾਂ ਦੇ ਨਾਲ ਅਟੈਚ ਹੋ ਗਈ 1966 ਤੋਂ ਬਾਅਦ। ਜੀ। ਪਹਿਲਾਂ ਇਹ ਚੋਣਾਂ ਹੁੰਦੀਆਂ ਸੀ 5 ਸਾਲ ਬਾਅਦ ਹੀ, ਪੂਰੇ ਸਿਸਟਮ 'ਚ ਰਹੀਆਂ ਚੋਣਾਂ, ਕਿਉਂਕਿ ਪੰਜਾਬ ਸਰਕਾਰ ਕਰਾਉਂਦੀ ਸੀ। ਜੀ। ਇਲੈਕਸ਼ਨ ਕਮਿਸ਼ਨ ਪੰਜਾਬ ਸਰਕਾਰ ਦਾ ਕਰਾਉਂਦਾ ਸੀ। ਉਸ ਤੋਂ ਬਾਅਦ ਇਹ ਚੋਣਾਂ ਆ ਗਈਆਂ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ ਦੇ ਥੱਲੇ। ਹੁਣ ਭਾਰਤ ਸਰਕਾਰ ਚੋਣ ਕਰਵਾਉਣੀ ਹੋਵੇ ਤੇ ਕਈ ਵਾਰੀ 19 ਸਾਲ, ਕਈ ਵਾਰੀ 16 ਸਾਲ, ਕਈ ਵਾਰੀ 15 ਸਾਲ, ਕਈ ਵਾਰੀ 11 ਸਾਲ ਚੋਣਾਂ ਨਹੀਂ ਛੇਤੀ ਕਰਾਉਂਦੀ, ਕਿਉਂਕਿ ਇੱਕ ਵਾਰੀ ਉਹ ਇਲੈਕਸ਼ਨ ਕਮਿਸ਼ਨਰ ਲਾਉਂਦੇ ਆ ਤੇ ਉਹਨੂੰ ਫਿਰ ਚੱਕ ਦਿੰਦੇ ਆ, ਮੁੜ ਕੇ ਨਹੀਂ ਲਾਉਂਦੇ। ਸਾਡੀ ਡੈਥ ਹੋ ਜੇ ਮੈਂਬਰਾਂ ਦੀ, ਕਦੀ ਚੋਣ ਨਹੀਂ ਮੁੜ ਕੇ ਹੋਈ ਦੁਬਾਰਾ। 28 ਮੈਂਬਰ ਇਸ ਵੇਲੇ ਸਾਡੇ ਤਕਰੀਬਨ ਮਰ ਗਏ, ਮੌਤ ਹੋ ਗਈ ਹੈ। ਜਿਹੜਾ ਇਹਨਾਂ ਨੇ 3 ਸਰਕਾਰਾਂ ਤੋਂ ਪੁੱਛਣਾ ਹੁੰਦਾ ਜੀ, ਪਰ 3 ਸਰਕਾਰਾਂ ਦੀ ਜੋ ਸਹਿਮਤੀ ਬਣਦੀ ਹੈ ਵੀ ਜੋ ਚਾਹੇ ਭਾਰਤ ਸਰਕਾਰ ਤੇ ਉਹ ਚੋਣ ਹੁੰਦੀ। ਸਾਡੇ ਕੁਝ ਲੋਕ ਜਿਹੜੇ ਹੈ, ਕਿਉਂਕਿ ਜਿਹੜੀ ਚਰਚਾ ਕਿ ਚੋਣ ਸ਼ਾਇਦ ਬਾਦਲ ਨਹੀਂ ਕਰਨ ਦਿੰਦੇ, ਮਤਲਬ ਇਹ ਇੱਕ ਮੈਂ ਸਮਝਦੀ ਸਾਡੀ ਅਗਿਆਨਤਾ। ਭਾਰਤ ਸਰਕਾਰ ਜਦੋਂ ਚਾਹੇ ਟਰਮ ਪੂਰੀ ਹੋਵੇ ਉਹਨੂੰ ਚੋਣ ਕਰਾਉਣੀ ਚਾਹੀਦੀ ਹੈ, ਅਸੀਂ ਇਸ ਗੱਲ ਨਾਲ ਸਹਿਮਤ ਹਾਂ, ਕਿਉਂਕਿ ਲੋਕ ਜਿਹੜੇ ਹੈ ਸਾਡੇ ਸਿੱਖ ਜਿਹੜੇ ਹੈ ਉਹ ਚੋਣ ਆਪਣਾ ਨੁਮਾਇੰਦਾ ਚੁਣ ਕੇ ਭੇਜਣ। ਸਾਨੂੰ ਕੀ ਇਤਰਾਜ਼ ਹੈ ਜੀ? ਸਾਡੇ ਪ੍ਰਧਾਨ ਸਾਹਿਬ ਜਦੋਂ ਟਿਕਟਾਂ ਦਿੰਦੇ ਆ ਸ਼੍ਰੋਮਣੀ ਅਕਾਲੀ ਦਲ ਦੇ, ਉਹ ਚੋਣ ਦੇ ਵਿੱਚ ਤਕਰੀਬਨ ਤੁਸੀਂ ਇਹ ਕਹਿ ਲਓ ਸਾਰੇ ਜਿੱਤ ਜਾਂਦੇ ਆ, ਐਵੇਂ 1 2 4 ਦੂਜੇ ਜਿੱਤਦੇ ਆ। ਹੁਣ ਉਹਦਾ ਕਾਰਨ ਕੀ ਦੱਸੋ? ਕਾਂਗਰਸ ਵਾਲੇ ਆਜ਼ਾਦ ਖਿਲਾਰਦੇ ਆ। ਮੈਂ ਚੋਣ ਲੜੀ ਹੈ ਜੀ 3 ਵਾਰੀ, ਮੇਰੇ ਮੁਕਾਬਲੇ ਦੇ ਉੱਤੇ ਸਰਦਾਰ ਸੁਖਪਾਲ ਸਿੰਘ ਜੀ ਹੋਰਾਂ ਨੇ ਕੈਂਡੀਡੇਟ ਖਿਲਾਰਿਆ, ਮੈਂ ਜੀ ਜਿੱਤਦੀ ਹਾਂ, ਸਿੱਖ ਵੋਟਾਂ ਪਾਉਂਦੇ ਨੇ। ਇਸੇ ਤਰ੍ਹਾਂ ਸਾਰੇ ਹਲਕਿਆਂ 'ਚ ਕੋਈ ਵੀ ਮੈਂਬਰ ਜਿਹੜਾ ਵਿਦਆਊਟ ਚੋਣ ਨਹੀਂ ਆਉਂਦਾ। ਚਲੋ ਨੋਮੀਨੇਟ 15 ਹੋਣੇ ਹੁੰਦੇ, ਉਹ ਅਸੀਂ ਕਰਦੇ ਹਾਂ ਬਾਕੀ ਸਟੇਟਾਂ ਦੇ ਵਿੱਚੋਂ, ਪਰ ਜਿਹੜੇ ਬਾਕੀ ਚੁਣ ਕੇ ਆਉਂਦੇ ਉਹ ਮੁਕਾਬਲੇ 'ਚ ਹੀ ਆਉਂਦੇ ਨਾ ਜੀ। ਉੱਥੇ ਫਿਰ ਚੋਣ ਹੁੰਦੀ ਹੈ। ਜਦੋਂ ਇਹਨਾਂ ਦੇ ਕੈਂਡੀਡੇਟ ਹਾਰ ਜਾਂਦੇ ਹੈ, ਉਹਦੇ 'ਚ ਸਾਡਾ ਤਾਂ ਕੋਈ ਦੋਸ਼ ਨਹੀਂ, ਸੰਗਤਾਂ ਨੇ ਵੋਟਾਂ ਨਹੀਂ ਪਾਈਆਂ। ਜਦੋਂ ਫਿਰ ਪ੍ਰਧਾਨ ਦੀ ਚੋਣ ਹੁੰਦੀ ਹੈ, ਉਸ ਵੇਲੇ ਫਿਰ ਚੋਣ ਦੇ ਵਿੱਚ ਵੀ ਕੈਂਡੀਡੇਟ ਮੰਗਿਆ ਜਾਂਦਾ, ਕੈਂਡੀਡੇਟ ਦਿੱਤਾ ਜਾਂਦਾ ਸਾਡੇ ਵੱਲੋਂ, ਫਿਰ ਮੰਗਿਆ ਜਾਂਦਾ ਹੋਰ ਦਿਓ, ਫਿਰ ਆ ਜਾਂਦਾ ਕੈਂਡੀਡੇਟ, ਫਿਰ ਕਹਿੰਦੇ ਹੋਰ ਹੈਗਾ ਬਸ 2 ਕੈਂਡੀਡੇਟ। ਮੇਰਾ ਖਿਆਲ ਹੈ ਹਰ ਵਾਰੀ 2 ਕੈਂਡੀਡੇਟ ਮੈਦਾਨ 'ਚ ਹੁੰਦੇ, ਤੇ ਦੋਵਾਂ ਕੈਂਡੀਡੇਟਾਂ ਵਿੱਚੋਂ ਜਦ ਚੋਣ ਜਿੱਤਦੀ ਹੈ ਤੇ ਉਹ ਫਿਰ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੇ ਨੁਮਾਇੰਦੇ ਜਿੱਤਦੇ ਹੈ ਉਹ ਪ੍ਰਧਾਨ ਬਣ ਜਾਂਦਾ। ਹੁਣ ਇਹ ਕਹਿੰਦੇ ਆ ਕਿ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ ਜੀ। ਕਬਜ਼ਾ ਨਹੀਂ ਹੈ। ਇਹੀ ਤੇ ਗਲਤਫਹਿਮੀਆਂ ਪਾਉਂਦੇ ਲੋਕਾਂ 'ਚ। ਆਮ ਸਧਾਰਨ ਲੋਕ ਜਿਹੜੇ ਹੈ ਉਹ ਸੱਚੀ ਮੰਨ ਜਾਂਦੇ ਆ ਵੀ ਖਰੇ ਬਾਦਲਾਂ ਦਾ ਕਬਜ਼ਾ ਹੈ, ਬਾਦਲਾਂ ਦਾ ਕਬਜ਼ਾ। ਕਬਜ਼ਾ ਨਹੀਂ ਹੈ। ਸਾਡੇ ਕੈਂਡੀਡੇਟ ਚੁਣ ਕੇ ਜਾਂਦੇ, ਉੱਥੇ ਸੰਗਤਾਂ ਚੁਣਦੀਆਂ ਨੇ, ਤੁਹਾਡੇ ਵਰਗੇ ਸਿੱਖ ਕੌਮ ਦੇ ਨੁਮਾਇੰਦੇ ਚੁਣਦੇ ਹੈ, ਵੋਟਰ ਚੁਣਦੇ ਹੈ। ਉੱਥੇ ਜਾ ਕੇ ਫਿਰ ਅਸੀਂ ਜਦੋਂ ਸੇਵਾ ਕਰਦੇ ਹਾਂ, ਹਾਂ ਇਹ ਕਸੂਰ ਜਿਹੜਾ ਸੈਂਟਰ ਸਰਕਾਰ ਦਾ ਹੈ ਕਿ ਉਹ 5 ਸਾਲ ਬਾਅਦ ਚੋਣ ਨਹੀਂ ਕਰਾਉਂਦਾ, ਕਰਾਉਣੀ ਚਾਹੀਦੀ ਹੈ। ਜਿਹਨੂੰ ਕੌਮ ਚੁਣੇ, ਜਿਹਨੂੰ ਸਿੱਖ ਸੰਗਤ ਚੁਣੇ, ਉੱਥੇ ਜਾ ਕੇ ਸੇਵਾ ਕਰੇ। ਇੱਕ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਜੀ, ਇਸ ਐਕਟ ਦੇ ਤਹਿਤ ਕੋਈ ਮੈਂਬਰ ਨੂੰ ਤਨਖਾਹ ਨਹੀਂ ਮਿਲਦੀ। ਅੱਛਾ ਜੀ। ਕਈ ਲੋਕਾਂ ਦੇ ਮਨ 'ਚ ਭੁਲੇਖਾ ਹੁੰਦਾ ਵੀ ਮੈਂਬਰ ਪਤਾ ਨਹੀਂ ਉੱਥੋਂ ਕੀ ਲੈਂਦੇ ਹੈ। ਕੋਈ TADA ਨਹੀਂ ਜੀ, ਕੋਈ TADA ਨਹੀਂ ਹੈ, ਕੋਈ ਤਨਖਾਹ ਨਹੀਂ ਹੈ। ਜੇ ਸਭ ਤੋਂ ਵੱਧ ਨਿਸ਼ਕਾਮ ਸੇਵਕ ਕੋਈ ਹੋਏਗਾ ਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਏਗਾ। ਉਹ ਗੱਲ ਵੱਖਰੀ ਹੈ ਕਿ ਸਮਾਜੀ ਜੀਵ ਹੈ ਅਸੀਂ, ਸਾਡੇ 'ਚ ਕਿਤੇ ਨਾ ਕਿਤੇ ਕੋਈ ਲਾਲਚ ਆ ਸਕਦਾ ਹੈ ਵੀ ਕਿਸੇ ਨੂੰ ਭਰਤੀ ਕਰਾ ਦਈਏ ਜੀ, ਕਿਸੇ ਦੀ ਸਿਫਾਰਿਸ਼ ਕਰ ਦਈਏ ਜੀ, ਕਿ ਕੋਈ ਸਸਪੈਂਡ ਹੋਇਆ ਬਹਾਲ ਕਰਾ ਦਈਏ ਜੀ, ਕੋਈ ਡਿਸਮਿਸ ਹੋਇਆ ਉਹਦੀ ਇਨਕੁਆਇਰੀ ਕਰਾ ਕੇ ਅਸੀਂ ਉਹਨੂੰ ਇਨਸਾਫ ਦਵਾ ਦੀ। ਇਹੀ ਗੱਲਾਂ ਕਰ ਸਕਦੇ ਨਾ ਜੀ। ਬਸ ਇੰਨੀ ਕੁ ਚੌਧਰ ਹੈ ਉਹਨਾਂ ਦੀ ਵੀ ਕਿਸੇ ਮੁਲਾਜ਼ਮ ਨੂੰ ਕਿਸੇ ਵੇਲੇ ਕੋਈ ਭਰਤੀ ਕਰਾਉਣਾ ਤੇ ਸਿਫਾਰਿਸ਼ ਕਰ ਦਿੰਦੇ ਆ ਜੀ, ਚਲੋ ਇਹ ਗੁਰਸਿੱਖਾਂ ਦਾ ਬੱਚਾ ਹੈ ਤੇ ਇਹ ਲੋੜਵੰਦ ਹੈ, ਗਰੀਬ ਹੈ ਵਿਚਾਰਾ, ਇਹਨੂੰ ਇੱਥੇ ਸੇਵਾ ਦੇ ਦਿੱਤੀ ਜਾਵੇ। ਬਸ ਇੰਨੀ ਕੁ ਜਰਾ ਕੁ ਹੈ ਕਿ ਉਹ ਮਾੜੀ ਮੋਟੀ ਉਹਦੇ ਵਿੱਚ ਇਹ ਕੰਮ ਕਰ ਲੈਂਦੇ ਆ। ਵਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਿਹੜਾ ਉਹ ਬਿਲਕੁਲ ਨਿਸ਼ਕਾਮ ਸੇਵਕ ਹੈ।
ਈਵਨ ਪ੍ਰਧਾਨ ਜਿਹੜਾ ਹੈ ਜਾਂ ਐਗਜ਼ੈਕਟਿਵ ਹੈ ਉਹਨਾਂ ਨੂੰ ਵੀ ਕੋਈ TADA ਨਹੀਂ। ਇਹ ਜ਼ਰੂਰ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੰਮ ਕਰਦਾ ਹੁੰਦਾ ਹੈ, ਉਹਨੇ ਸਾਰੇ ਵਰਲਡ 'ਚ ਘੁੰਮਣਾ ਹੁੰਦਾ ਹੈ, ਸਾਰੇ ਇੰਡੀਆ 'ਚ ਘੁੰਮਣਾ ਹੁੰਦਾ ਹੈ, ਉਹਨੂੰ ਗੱਡੀ ਚਲਾ ਸਕਦਾ, ਉਹਨੂੰ ਗੱਡੀ ਅਲਾਊਡ ਹੈ। ਮੈਂਬਰ ਕਿਸੇ ਨੇ ਜਾਣਾ ਕਿਤੇ ਉਹਦੀ ਡਿਊਟੀ 'ਤੇ ਭੇਜਦੇ ਆ, ਉਹਨੂੰ ਇਨਕੁਆਇਰੀ ਲਈ ਭੇਜਦੇ ਆ, ਉਹਨੂੰ ਗੱਡੀ ਦਿੱਤੀ ਜਾ ਸਕਦੀ ਹੈ। ਮੈਕਸੀਮਮ ਹੈ ਵੀ ਉੱਥੋਂ ਤੇਲ ਗੱਡੀ ਵਿੱਚ ਪਾ ਕੇ ਵਰਤਿਆ ਜਾ ਸਕਦਾ ਜੀ। ਅੱਛਾ ਬੀਬੀ ਜੀ, ਇੱਕ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਹੁਣ ਪ੍ਰਧਾਨਗੀ ਤੇ ਬੜਾ ਸੰਕਟ ਹੈ। ਪਿਛਲੇ ਸਮੇਂ ਦੌਰਾਨ ਝੁੰਦਾ ਕਮੇਟੀ ਵੀ ਬਣਾਈ, ਉਸ ਤੋਂ ਬਾਅਦ ਕਿਹਾ ਕਿ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਸਾਹਿਬ ਹੈ, ਸੀ ਤੇ ਰਹਿਣਗੇ। ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਫਿਰ ਵਿਰੋਧੀ ਵੀ ਇਸ ਗੱਲ ਨੂੰ ਚੱਕਦੇ ਨੇ ਕਿ ਦੇਖੋ ਕਬਜ਼ੇ ਵਾਲੀ ਗੱਲ ਸਹੀ ਹੈ, ਤੁਹਾਡੀ ਪਾਰਟੀ ਦੇ ਵਿੱਚ ਵੀ ਇਹ ਵਿਰੋਧੀ ਸੁਰਾਂ ਉੱਠਦੀਆਂ ਨੇ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਕਿ ਤੁਹਾਨੂੰ ਲੱਗਦਾ ਹੈ ਕਿ ਸੱਚਮੁੱਚ ਕੁਝ ਬਗਾਵਤ ਵਰਗਾ ਹੈ ਜਾਂ ਫਿਰ ਕੁਝ ਭੁਲੇਖਾ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ? ਕੀ ਮੰਨਦੇ ਹੋ? ਐਕਚੁਅਲੀ ਸ਼੍ਰੋਮਣੀ ਅਕਾਲੀ ਦਲ ਨੇ ਜਿੰਨਾ ਕੰਮ ਕੀਤਾ ਸੀ ਨਾ, ਤੇ ਵਿਰੋਧੀ ਧਿਰਾਂ ਨੇ ਸੋਚਿਆ ਕਿ ਅਗਲੀ ਵਾਰੀ ਸਰਕਾਰ, ਉਦੋਂ ਇੱਕ ਗੱਲ ਚੱਲਦੀ ਸੀ ਕਿ ਅਗਲੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਬਣੇਗੀ ਜੀ। ਉਹਨਾਂ ਨੇ ਮੁੱਦੇ ਹੀ ਐਸੇ ਬਣਾ ਦਿੱਤੇ, ਜਿਹੜੇ ਮੁੱਦੇ ਲੋਕਾਂ ਦੇ ਦਿਮਾਗ 'ਚ ਇੱਦਾਂ ਪਾ ਦਿੱਤੇ, ਸੋਸ਼ਲ ਮੀਡੀਆ ਦਾ ਇੰਨਾ ਜ਼ੋਰ ਪਾਤਾ ਕਿ ਅਸੀਂ ਤਾਂ ਇੰਨਾ ਸੋਸ਼ਲ ਮੀਡੀਆ ਚਲਾਉਂਦੇ ਨਹੀਂ ਸੀ। ਇੱਕ ਗੱਲ ਤਾਂ ਹੈ, ਸ਼੍ਰੋਮਣੀ ਅਕਾਲੀ ਦਲ ਵਾਲੇ ਰੱਬ ਦੇ ਆਸਰੇ ਹੀ ਰਹਿ ਜਾਂਦੇ, ਮੈਂ ਹਿਸਾਬ ਲਾਇਆ। ਜਿਹੜੇ ਦੂਜੇ ਉਹ ਸੋਸ਼ਲ ਮੀਡੀਆ ਰਾਹੀਂ ਬਹੁਤ ਜ਼ਿਆਦਾ ਪ੍ਰਚਾਰ ਕਰਦੇ, ਜਿਹਦੇ ਕਰਕੇ ਸਾਡਾ ਨੁਕਸਾਨ ਹੋਇਆ। ਇਹ ਵੀ ਠੀਕ ਹੈ ਕਿ ਉਹ ਮੁੱਦੇ ਬਣੇ, ਮੁੱਦੇ ਸੱਚਮੁੱਚ ਹੀ ਕਈ ਥਾਵਾਂ 'ਤੇ ਉੱਤੇ ਦੁਖਦਾਈ ਵੀ ਸੀਗੇ ਮੁੱਦੇ। ਸਮਾਜ ਵਾਸਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਲੋਕਾਂ ਦੀ ਭਾਵਨਾ ਨੂੰ ਉਹਨਾਂ ਨੇ ਬਹੁਤ ਪੀੜਾ ਦਿੱਤੀ। ਉਹ ਮੁੱਦੇ ਜਿਹੜੇ ਸੀ ਨਾ ਜੀ, ਉਹ ਇੰਨੇ ਕੁ ਪ੍ਰਚਾਰੇ ਗਏ ਕਿ ਸਿੱਧਾ ਸਾਡੇ ਉੱਤੇ ਇੰਨਾ ਇਲਜ਼ਾਮ ਲੱਗ ਗਿਆ ਕਿ ਜਿੱਦਾਂ ਅਸੀਂ ਸਾਰੇ ਸਿੱਖ ਕੌਮ ਦੇ ਦੋਸ਼ੀ ਬਣ ਗਏ, ਸਾਰੇ ਪੰਜਾਬ ਦੇ ਦੋਸ਼ੀ ਬਣ ਗਏ। ਸਾਰਾ ਸਾਡਾ ਅਸੀਂ ਨੁਕਸਾਨ ਸਾਰੇ ਕੌਮ ਦਾ ਕਰ ਦਿੱਤਾ ਵੀ ਜਿਸ ਤਰ੍ਹਾਂ ਕਿਤੇ ਉਹ ਭੁੱਲ ਗਏ ਸਾਰਾ ਕੁਝ। ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਉਹ ਵੀ ਲੋਕਾਂ ਨੂੰ ਭੁਲਾ ਦਿੱਤਾ। ਇਹ ਸਾਰੀਆਂ ਚਾਲਾਂ ਉਹ ਸੀ ਕਿ ਐਡਾ ਦੁਖਦਾਈ ਜਿਹੜਾ ਉੱਥੇ ਘਟਨਾ ਵਾਪਰੀ ਸੀ, ਉਹ ਲੋਕਾਂ ਦੇ ਦਿਮਾਗ 'ਚ ਜਿਹੜੀ ਵਸੀ ਸੀ, ਉਹ ਕੱਢਣੀ ਸੀ ਲੋਕਾਂ ਨੇ। ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਏਗਾ ਤੇ ਉਹ ਲੋਕੀ ਉਧਰ ਨੂੰ ਚੱਲਣਗੇ। ਉਹ 3 ਵਾਰੀ ਸਰਕਾਰਾਂ ਬਣੀਆਂ, ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋਇਆ, ਬੰਬ ਚੱਲੇ, ਫੌਜਾਂ ਬੜੀਆਂ, ਕਿੰਨਾ ਕਤਲੇਆਮ ਹੋਇਆ, ਕਿੰਨੇ ਉੱਥੇ ਸ਼ਹੀਦੀਆਂ ਹੋਈਆਂ। ਦੂਜੇ 84 ਦਾ ਕਤਲੇਆਮ ਹੋਇਆ ਦਿੱਲੀ ਦੇ ਵਿੱਚ, ਨਸਲਕੁਸ਼ੀ ਹੋਈ, ਸਾਰਾ ਕੁਝ ਭੁਲਾਤਾ ਲੋਕਾਂ ਨੇ। ਸਾਡੇ ਦੁਆਲੇ ਕਿਉਂ ਹੁੰਦੇ ਹੈ? ਕਿਉਂਕਿ ਸਾਨੂੰ ਲੋਕੀ ਸਮਝਦੇ ਆ ਕਿ ਇਹ ਪੰਥ ਦੀ ਜਮਾਤ ਹੈ। ਬਿਲਕੁਲ ਠੀਕ। ਇਹ ਸਾਡੀ ਜਮਾਤ ਹੈ। ਸਾਡੇ ਪਰਿਵਾਰ ਦੇ ਮੈਂਬਰ ਇਹ ਗਲਤੀ ਕਿਉਂ ਕਰਦੇ ਹੈ? ਮਤਲਬ ਮਾਣ ਕਰਦੇ ਨਾ, ਸਾਡੇ ਤੇ ਮਾਣ ਕਰਦੇ ਆ। ਉਹਨਾਂ ਨੂੰ ਉਹ ਸਮਝਦੇ ਆ ਵੀ ਉਹ ਅਕਾਲ ਤਖ਼ਤ ਤੇ ਪੇਸ਼ ਹੋਣ ਨਾ ਹੋਣ, ਉਹ ਗਲਤੀ ਕਰੀ ਜਾਣ, ਉਹ ਜਿੰਨੇ ਮਰਜ਼ੀ ਪਾਪ ਕਰੀ ਜਾਣ, ਉਹਨਾਂ ਨੂੰ ਕੁਝ ਨਹੀਂ ਕਹਿੰਦੇ। ਉਹ ਕਹਿੰਦੇ ਉਹਨਾਂ ਦਾ ਤਾਂ ਕੰਮ ਹੀ ਇਹ ਹੈ, ਪਰ ਤੁਸੀਂ ਕਿਉਂ ਕਰਦੇ ਹੋ? ਸਹੀ ਨਹੀਂ ਹੋ। ਬਿਲਕੁਲ। ਕਿਉਂਕਿ ਉਹ ਸਮਝਦੇ ਆ ਕਿ ਸਿੱਖਾਂ ਦੀ ਪਾਰਟੀ ਹੈ, ਸਿੱਖਾਂ ਨੇ ਬਣਾਈ ਸੀ ਔਰ ਸਿੱਖਾਂ ਨੇ ਆਪਣੇ ਲਈ ਬਣਾਈ ਸੀ। ਬੀਬੀ ਜੀ, ਇੱਕ ਸਿੱਧਾ ਜਿਹਾ ਸਵਾਲ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੰਨਦੇ ਹੋ ਕਿ ਕੁਝ ਗਲਤੀਆਂ ਸ਼ਾਇਦ ਹੋਈਆਂ ਨੇ ਜਾਂ ਫਿਰ ਤੁਸੀਂ ਉਹਨੂੰ ਉਸ ਤਰੀਕੇ ਨਾਲ ਲੋਕਾਂ ਨੂੰ ਦੱਸ ਨਹੀਂ ਪਾਏ, ਤਾਂ ਕੀ ਹੁਣ ਤੁਹਾਨੂੰ ਲੱਗਦਾ ਕਿ ਇੱਕ ਮੁਆਫੀ ਉਹ ਲੋਕਾਂ ਤੋਂ ਮੰਗ ਲੈਣੀ ਚਾਹੀਦੀ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ, ਵੀ ਜੇ ਸਾਡੇ ਤੋਂ ਗਲਤੀ ਹੋਈ ਹੈ ਤਾਂ ਉਹਦੀ ਮਾਫੀ ਮੈਂ ਤਾਂ ਕਹਿੰਦੀ ਹਾਂ ਕਿ ਸਿੱਖ ਨੂੰ, ਹਰ ਇੱਕ ਨੂੰ, ਜਿਹੜਾ ਵੀ ਵਿੱਚ ਸਾਡੇ ਵਰਗੇ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀ, ਜਿਸ ਨੇ ਵੀ ਕੀਤੀ ਹੈ ਬਹੁਤ ਵੱਡੀ ਗਲਤੀ ਹੈ। ਪਹਿਲਾਂ ਦੇਖੋ, ਮੈਂ ਕਿਹਾ ਮੈਂ ਬਹੁਤੀ ਖੁੱਬਦੀ ਨਹੀਂ ਜੀ, ਨਾ ਮੈਂ ਬਹੁਤਾ ਵੜ ਕੇ ਜਿੱਦਾਂ ਆਦਤ ਹੁੰਦੀ ਨਾ ਲੀਡਰਾਂ ਨੂੰ ਕਿਸੇ ਦੀ ਗੱਲਾਂ ਸੁਣਨੀਆਂ, ਕੁਝ ਕਰਨਾ। ਮੈਨੂੰ ਤਾਂ ਇੰਨਾ ਪਤਾ ਸੀਗਾ ਕਿ ਉਹਨਾਂ ਨੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਾਨੂੰ ਉੱਥੇ ਬੁਲਾਏ ਨਾ ਜੀ, ਅਸੀਂ ਮੈਂਬਰ ਨਵੇਂ ਚੁਣੇ ਗਏ ਸੀ 2000 ਪਿੱਛੇ 11 'ਚ ਜੀ। ਜਦੋਂ ਸਾਨੂੰ ਬੁਲਾਇਆ ਤੇ ਉਹ ਅਜੇ ਸਾਡੀ ਨੋਟੀਫਿਕੇਸ਼ਨ ਨਹੀਂ ਸੀ ਹੋਈ, ਉਹ ਚੱਲਦਾ ਸੀਗਾ ਸਹਿਜਧਾਰੀ ਵਾਲਾ ਕੇਸ ਚੱਲਦਾ ਸੀ ਸੁਪਰੀਮ ਕੋਰਟ 'ਚ। ਸਾਨੂੰ ਕਹਿੰਦੇ ਜੀ ਜਨਰਲ ਹਾਊਸ ਬੁਲਾਇਆ, ਕਹਿੰਦੇ ਜੀ ਸੌਦੇ ਸਾਧ ਨੇ ਮਾਫੀ ਮੰਗ ਲਈ ਤੇ ਉਹਨੂੰ ਬੁਲਾਇਆ ਇਸ ਕਰਕੇ ਨਹੀਂ ਗਿਆ ਕਿਉਂਕਿ ਉਹ ਸਿੱਖ ਨਹੀਂ ਹੈ, ਤੇ ਉਹਨੇ ਰਿਟਨ ਮਾਫੀ ਭੇਜ ਦਿੱਤੀ ਹੈ। ਸਾਨੂੰ ਬਹੁਤਾ ਸੱਚੀ ਗੱਲ ਹੈ ਇਸ ਗੱਲ ਦਾ ਗਿਆਨ ਨਹੀਂ ਸੀ, ਇਸ ਕੇ ਵੀ ਆਈ ਹੋਣੀ ਹੈ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਪੰਜਾਂ ਸਿੰਘਾਂ ਨੇ ਬੈਠ ਕੇ ਉਹ ਮਾਫ ਕਰ ਦਿੱਤਾ। ਹੁਣ ਅਸੀਂ ਇਹ ਸੋਚਿਆ ਕਿ ਜਿਹੜਾ ਸਿੰਘ ਸਾਹਿਬਾਨਾਂ ਨੇ ਮਾਫ ਕੀਤਾ ਤੇ ਸਹੀ ਕੀਤਾ ਹੋਣਾ ਜੀ, ਅਸੀਂ ਮੰਨ ਗਏ। ਅਸੀਂ ਕਿਹਾ ਜੀ ਚਲੋ ਠੀਕ ਹੈ। ਉਹ ਤੋਂ ਬਾਅਦ ਰੌਲਾ ਪੈ ਗਿਆ, ਇਸ਼ਤਿਹਾਰ ਜਦੋਂ ਲੱਗੇ ਰੌਲਾ ਪੈ ਗਿਆ, ਫਿਰ ਦੁਬਾਰਾ ਉਹਨਾਂ ਨੂੰ ਕੈਂਸਲ ਕਰਨਾ ਪਿਆ, ਹੁਕਮਨਾਮਾ ਦੁਬਾਰਾ ਕਰਨਾ ਪਿਆ। ਅਸੀਂ ਸ਼ੁਕਰ ਕੀਤਾ ਕਿ ਕੌਮ ਜਿਹੜੀ ਸੀ ਉਹਦੀ ਮਨ ਦੇ ਉੱਤੇ ਜਿਹੜਾ ਪੀੜਾ ਸੀ ਉਹ ਖਤਮ ਹੋਈ। ਪਰ ਮੈਂ ਇੱਕ ਗੱਲ ਅੱਗੇ ਵੀ ਕਹੀ ਹੈ ਕਿਸੇ ਇੰਟਰਵਿਊ 'ਚ ਵੀ ਜੇ ਤੇ ਵਾਕਿਆ ਹੀ ਲੀਡਰਾਂ ਨੇ ਆਪ ਕਹਿ ਕੇ ਕਰਾਇਆ, ਕਿਸੇ ਵੀ ਲੀਡਰ ਨੇ, ਬਹੁਤ ਵੱਡੀ ਗਲਤੀ ਹੈ, ਨਹੀਂ ਸੀ ਉਹਨੂੰ ਮਾਫ ਕਰਨਾ ਹੀ ਨਹੀਂ ਚਾਹੀਦਾ ਇਹੋ ਜਿਹੇ ਬੰਦੇ ਨੂੰ, ਜਿਹਨੇ
ਜਿਹੜਾ ਵੱਡੇ ਤੇ ਐਡੇ ਵੱਡੇ ਦੋਸ਼ ਜਿੱਤੇ ਹੋਣ, ਜਿਹਨੇ ਸਾਡੀ ਸਿੱਖ ਕੌਮ ਦਾ ਵੱਡਾ ਵੱਡਾ ਘਾਣ ਕਰਾਇਆ ਹੋਵੇ, ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅਪਮਾਨ ਹੋਇਆ ਹੈ, ਜੀ ਜਿਹੜੀ ਬੇਅਦਬੀ ਦੀ ਗੱਲ ਆਉਂਦੀ, ਸਾਰੀ ਸਿੱਧੀ ਉਹਦੇ ਤੇ ਅਟੈਕ ਜਾਂਦਾ। ਇਹ ਸਾਰੀਆਂ ਚੀਜ਼ਾਂ ਜਦੋਂ ਸਾਡੇ ਵੀ ਸਾਹਮਣੇ ਆਈਆਂ ਤੇ ਅਸੀਂ ਵੀ ਮਹਿਸੂਸ ਕੀਤਾ ਵੀ ਵੱਡੀ ਗਲਤੀ ਸੀ ਜੇ ਕਿਸੇ ਲੀਡਰ ਨੇ ਕਰਾਇਆ। ਤੇ ਜੇ ਲੀਡਰ ਨੇ ਕਿਹਾ ਤੇ ਸਿੰਘ ਸਾਹਿਬਾਨਾਂ ਨੇ ਮੰਨਿਆ, ਮੈਂ ਉਹਨਾਂ ਨੂੰ ਕਹਿੰਦੀ ਵੀ ਵੱਡੀ ਗਲਤੀ ਕੀਤੀ। ਮੈਂ ਸੱਚੀ ਗੱਲ ਹੈ, ਇਹ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦੀ। ਐਡੀ ਵੱਡੀ ਗਲਤੀ ਜੇ ਉਹਨਾਂ ਕੋ ਕਰਾਈ ਸੀ ਕਿਸੇ ਨੇ ਤੇ ਉਹ ਕਿਉਂ ਮੰਨੇ? ਧਰਮ ਦੇ ਰਾਖੇ ਕਰਾਈ ਸੀ ਗਲਤੀ ਨਹੀਂ। ਮੈਂ ਕਹਿੰਦੀ ਜੇ ਕਰਾਈ ਉਹਨਾਂ ਨੇ, ਜੀ, ਜੇ ਲੀਡਰਾਂ ਨੇ ਕਹਿ ਕੇ ਕਰਾਈ ਹੈ ਤੇ ਦੇਖੋ ਮੈਂ ਤੇ ਵਿੱਚ ਹੈ ਨਹੀਂ, ਨਾ ਮੈਂ ਵਿੱਚ ਗਈ ਹਾਂ, ਨਾ ਮੈਂ ਉਦੋਂ ਮਿਨਿਸਟਰ ਸੀ, ਨਾ ਮੈਂ ਕੁਝ ਸੀ। ਪਰ ਗੱਲ ਇਹ ਹੈਗੀ ਹੈ ਕਿ ਜੇ ਲੀਡਰਾਂ ਨੇ ਕਿਹਾ ਹੋਵੇ ਇਹਨਾਂ ਨੂੰ, ਤੇ ਸਿੰਘ ਸਾਹਿਬਾਨਾਂ ਦਾ ਕੀ ਕੰਮ ਹੁੰਦਾ ਹੈ? ਧਰਮ ਦੇ ਰਾਖੇ ਤੇ ਉਹ ਬੈਠੇ ਨਾ, ਕੌਮ ਨੂੰ ਤੇ ਉਹਨਾਂ ਨੇ ਦੇਖਣਾ ਸਿਧਾਂਤਕ ਕੀ ਹੈ, ਗੈਰ ਸਿਧਾਂਤਕ ਕੀ ਹੈ, ਗਲਤ ਕੀ ਹੈ, ਸਹੀ ਕੀ ਹੈ, ਸਾਰਾ ਕੁਝ ਦੇਖਣਾ ਚਾਹੀਦਾ ਸੀ ਨਾ। ਅੰਡਰ ਪ੍ਰੈਸ਼ਰ ਜੇ ਉਹ ਗਲਤੀ ਕਰਨ, ਮੈਂ ਸਮਝਦੀ ਉਹ ਸਿੰਘ ਸਾਹਿਬ ਆਪਣੀ ਡਿਊਟੀ ਨਹੀਂ ਪੂਰੀ ਕਰ। ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਿੰਘ ਸਾਹਿਬਾਨਾਂ ਦੇ ਵਿੱਚ ਇੰਨਾ ਦਮਖਮ ਹੈ ਕਿ ਉਹ ਕਹਿ ਸਕਣ ਕਿ ਇਹ ਗਲਤ ਹੈ, ਇਹ ਸਹੀ ਹੈ? ਦੇਖੋ ਜਿਹੜੇ ਸਿੰਘ ਸਾਹਿਬ ਹੁੰਦੇ ਜੀ, ਉਹਨਾਂ ਨੂੰ ਗੁਰਮਤਿ ਤੋਂ ਪੂਰਾ ਜਾਣੂ ਹੋਣਾ ਚਾਹੀਦਾ, ਸਿਧਾਂਤਕ ਤੌਰ ਤੇ ਪਰਿਪੱਕ ਹੋਣੇ ਚਾਹੀਦੇ। ਧਰਮ ਦੀ ਗੱਲ ਉਹਨਾਂ ਦੇ ਅੰਦਰ ਸਿਧਾਂਤਕ ਤੌਰ ਤੇ ਪੂਰੀ ਹੋਣੀ ਚਾਹੀਦੀ ਹੈ। ਉਹ ਕਹਿ ਸਕਦੇ ਹੈ, ਜ਼ਬਰਦਸਤੀ ਕੋਈ ਨਹੀਂ ਕਰਾ ਸਕਦਾ। ਸਾਡੇ ਇੱਥੇ ਮੂਲ ਮੰਤਰ ਦੀ ਗੱਲ ਆਈ ਸੀ ਸੁਲਤਾਨਪੁਰ ਲੋਧੀ, ਇੱਕ ਬਾਬਾ ਜੀ ਨੇ ਮੂਲ ਮੰਤਰ ਲਿਆ ਕੇ ਸੋਨੇ ਦੀ ਪਲੇਟ ਉਹ ਲਾ ਕੇ ਲਾ ਦਿੱਤਾ। ਮੈਂ ਲਵਾ ਕੇ ਛੱਡਿਆ ਕਿ ਮੂਲ ਮੰਤਰ ਜਿਹੜਾ ਉਹ ਉਹੀ ਲੱਗਾ ਹੋਏਗਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ ਸਭ ਤੋਂ ਪਹਿਲਾਂ, ਜਪਜੀ ਸਾਹਿਬ ਤੋਂ ਪਹਿਲਾਂ ਜਿਹੜੀ ਬਾਣੀ ਸ਼ੁਰੂ ਕੀਤੀ ਹੈ। ਜੋ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬੰਦ ਤੋਂ ਮੂਲ ਮੰਤਰ ਨਿਕਲਿਆ ਉਹੀ ਅਸੀਂ ਇੱਥੇ ਪ੍ਰਵਾਨ ਕਰਨਾ। ਸੋ ਜੇ ਤੁਸੀਂ ਸਿਧਾਂਤਕ ਤੌਰ ਦੇ ਉੱਤੇ ਇਹ ਹੀ ਨਹੀਂ ਫੈਸਲਾ ਕਰ ਸਕਦੇ ਸਹੀ ਕੀ ਹੈ ਤੇ ਗਲਤ ਕੀ ਹੈ, ਫਿਰ ਉਹਨਾਂ ਨੂੰ ਸਿੰਘ ਸਾਹਿਬ ਹੋਣ ਦਾ ਮੈਂ ਕਹਿੰਦੀ ਅਧਿਕਾਰ ਹੀ ਨਹੀਂ ਹੋਣਾ ਚਾਹੀਦਾ ਜੀ। ਕਿਉਂ ਬੈਠਦੇ ਉਸ ਕੁਰਸੀ ਤੇ, ਕਿਉਂ ਉਸ ਪਦਵੀ ਨੂੰ ਪ੍ਰਵਾਨ ਕਰਦੇ ਆ? ਜੇ ਉਹ ਇਸ ਗੱਲ ਦਾ ਫੈਸਲਾ ਹੀ ਨਹੀਂ ਕਰ ਸਕਦੇ, ਜੇ ਆਪਣੀ ਉਸ ਪਦਵੀ ਦੇ ਨਾਲ ਇਨਸਾਫ ਨਹੀਂ ਕਰ ਸਕਦੇ, ਤਾਂ ਫਿਰ ਕਿਉਂ ਬੈਠਦੇ? ਮੈਂ ਤੇ ਇਹ ਸਮਝਦੀ ਹਾਂ। ਤੇ ਪਰ ਇਹ ਹੈ ਵੀ ਇਹਦਾ ਮੁਆਵਜ਼ਾ ਸੇ ਅਨੁਭਵ ਭੁਗਤਣਾ ਪਿਆ। ਜੀ ਅੱਛਾ ਬੀਬੀ ਜੀ, ਮੇਰਾ ਆਖਰੀ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਕਿੱਥੇ ਖੜਾ ਵੇਖਦੇ ਹੋ, ਤੇ ਅਖੀਰ ਦੇ ਵਿੱਚ ਸਿੱਖ ਸੰਗਤਾਂ ਨੂੰ ਕੀ ਸੁਨੇਹਾ, ਕੀ ਬੇਨਤੀ ਕਰਨਾ ਚਾਹੋਗੇ? ਦੇਖੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਇਹਨੇ ਦਰਅਸਲ ਬਹੁਤ ਸੰਘਰਸ਼ ਵੀ ਕੀਤੇ ਹੈ, ਬੜੀਆਂ ਪ੍ਰਾਪਤੀਆਂ ਵੀ ਕੀਤੀਆਂ। ਸਰਕਾਰ ਵਿੱਚ ਰਹੇ, ਸੈਂਟਰ ਦੇ ਵਿੱਚ ਉਹ ਤਾਂ ਬੜੀਆਂ ਡਿਵੈਲਪਮੈਂਟ ਦੀਆਂ ਗੱਲਾਂ ਲੈ ਕੇ ਆਉਂਦੀਆਂ, ਬੜਾ ਪੈਸਾ ਲੈ ਕੇ ਆਉਂਦਾ, ਸਾਡੀ ਯਾਦਗਾਰਾਂ ਬਣਾਈਆਂ। ਸੋ ਬਹੁਤ ਚੀਜ਼ਾਂ, ਏਮਸ ਵਰਗੇ ਹਸਪਤਾਲ ਬਣਾਇਆ, ਜਿਹੜਾ ਕੱਲ ਹੋਮੀ ਬਾਬਾ ਜਿਹੜਾ ਸੈਂਟਰ ਬਣੇ ਹੈ ਕੈਂਸਰ ਦਾ, ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਉਦੋਂ ਗਏ ਸੀ ਤੇ ਸਰਦਾਰ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀ, ਉਸ ਵੇਲੇ ਦਾ ਹੀ ਸ਼ੁਰੂ ਕੀਤਾ ਹੋਇਆ। ਚਲੋ ਅੱਜ ਸਰਕਾਰਾਂ ਆ ਕੇ ਤੇ ਹੁਣ ਕੰਪਲੀਟ ਕੀਤਾ। ਤੇ ਕੱਲ ਮਾਨਯੋਗ ਮੋਦੀ ਸਾਹਿਬ ਆਏ ਨੇ ਪ੍ਰਧਾਨ ਮੰਤਰੀ ਜੀ, ਉਹਨਾਂ ਨੇ ਆ ਕੇ ਉਦਘਾਟਨ ਕੀਤਾ। ਬੜੀ ਸਾਡੇ ਵਾਸਤੇ ਬੜੀ ਸਹੂਲਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਜੇ ਅੱਜ ਥੋੜਾ ਬਹੁਤਾ ਕਿ ਲੋਕਾਂ ਦੇ ਮਨ 'ਚ ਕਮਜ਼ੋਰ ਹੋ ਗਿਆ, ਪਰ ਜਿਹੜੇ ਅਜੇ ਵੀ ਪੰਜਾਬ ਦੇ ਲੋਕ ਹੈ ਜਾਂ ਪੰਜਾਬ ਦਰਦੀ ਜਿਹੜੇ ਲੋਕ ਹੈ, ਉਹ ਮਹਿਸੂਸ ਕਰਦੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਤਕੜਾ ਹੋਣਾ ਚਾਹੀਦਾ ਹੈ, ਖੇਤਰੀ ਪਾਰਟੀ ਹੀ ਜਿਉਂਦੀ ਰਹਿਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਦਾ ਦਰਦ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਸਕਦਾ, ਕਿਸੇ ਨੂੰ ਨਹੀਂ ਹੋ ਸਕਦਾ। ਇਹਦਾ ਮਤਲਬ ਕਿ ਲੋਕਾਂ ਦੀ ਅਰਦਾਸਾਂ ਪੂਰੀਆਂ ਹੋਣਗੀਆਂ। ਜੇ ਕਿਤੇ ਸਾਡੇ 'ਚ ਨੁਕਸਾਨ ਹੋਇਆ, ਸਾਡੀਆਂ ਕਮੀਆਂ ਕਹਿ ਲਓ, ਜਾਂ ਸਾਡੇ ਖਿਲਾਫ ਗਲਤ ਪ੍ਰਚਾਰ ਕਹਿ ਲਓ, ਜਾਂ ਸਾਡਾ ਲੰਬਾ ਸਮਾਂ ਸੇਵਾ ਦੇ ਕਰਕੇ ਲੋਕਾਂ ਨੂੰ ਕਈ ਵਾਰੀ ਈਰਖਾ ਵੀ ਹੋ ਜਾਂਦੀ ਹੈ, ਲੋਕੀ ਨਵੀਂ ਚੀਜ਼ ਵੀ ਦੇਖਦੇ ਹੈ। ਹੁਣ ਜਿਹੜੇ ਭਗਵੰਤ ਮਾਨ ਜੀ ਬਣੇ ਆ ਮੁੱਖ ਮੰਤਰੀ, ਹੁਣ ਜਦੋਂ ਇਹਨਾਂ ਦਾ ਵੀ ਦੇਖ ਲੈਣਗੇ, ਆਪੇ ਜਿਹੜਾ ਬਦਲਾਅ ਸੀਗਾ ਉਹ ਇੱਕ ਲਹਿਰ ਬਣ ਗਈ ਸੀਗੀ, ਉਹ ਆਪਣੇ ਆਪ ਹੀ ਪਾਰਟੀ ਜਿਹੜੀ ਹੈ ਫਿਰ ਉੱਭਰੇਗੀ। ਜੇ ਨੁਕਸਾਨ ਵੀ ਹੁੰਦੇ ਹੈ, ਹਾਰਾਂ ਜਿੱਤਾਂ ਹੁੰਦੀਆਂ ਹੀ ਹੈ, ਪਾਰਟੀ ਮਿਹਨਤ ਕਰਦੀ ਹੈ, ਤੇ ਉਹਨਾਂ ਨੇ ਫਿਰ ਇਕੱਠੇ ਹੋ ਕੇ ਜਦ ਤਕੜੇ ਹੋ ਜਾਣਗੇ ਤੇ ਫਿਰ ਸੇਵਾ 'ਚ ਜੁਟੇ ਰਹਿਣਗੇ। ਬਾਕੀ ਸਾਰੀਆਂ ਰਾਜਗੱਦੀਆਂ ਵਾਸਤੇ ਥੋੜ੍ਹਾ ਪਾਰਟੀਆਂ ਹੁੰਦੀਆਂ। ਸ਼੍ਰੋਮਣੀ ਅਕਾਲੀ ਦਲ ਤੇ ਬਣੀ ਨਹੀਂ ਸੀ ਰਾਜਗੱਦੀ ਵਾਸਤੇ, ਇਹ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਅਸੀਂ ਮਿਹਨਤ ਕੀਤੀ ਹੈ, ਸੇਵਾ ਕੀਤੀ ਹੈ, ਲੋਕਾਂ ਨੇ ਸਾਨੂੰ ਸੇਵਾ ਦੇ ਦਿੱਤੀ, ਮੁੱਖ ਮੰਤਰੀ ਬਣ ਗਏ, ਮੰਤਰੀ ਬਣ ਗਏ। ਤੇ ਕੋਈ ਜ਼ਰੂਰੀ ਹੈ ਕਿ ਸਾਰੀ ਉਮਰ ਅਸੀਂ ਸਰਕਾਰਾਂ ਹੀ ਚਲਾਉਣੀਆਂ ਹੁੰਦੀਆਂ? ਕੋਈ ਜ਼ਰੂਰੀ ਨਹੀਂ ਹੁੰਦਾ। ਸੇਵਾ ਕਰਨੀ ਹੈ, ਕਿਸੇ ਢੰਗ ਨਾਲ ਕਰੋ। ਜੀ ਧੰਨਵਾਦ ਬੀਬੀ ਜੀ, ਤੁਸੀਂ ਸਮਾਂ ਦਿੱਤਾ। ਮਿਹਰਬਾਨੀ ਜੀ। ਬਹੁਤ ਸਾਰੇ ਸਵਾਲ ਰਹਿ ਗਏ, ਉਮੀਦ ਕਰਦੇ ਹਾਂ ਕਿ ਤੁਸੀਂ ਫਿਰ ਦੁਬਾਰਾ ਆਓ ਸਾਡੇ ਸਟੂਡੀਓ ਤੇ ਗੱਲਬਾਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਮੌਕਾ ਦਿੱਤਾ ਕਿ ਮੈਂ ਸਾਰੀ ਸੰਗਤ ਦੇ ਨਾਲ, ਪ੍ਰਾਈਮ ਏਸ਼ੀਆ ਦੇ ਸਾਰੇ ਸਰੋਤਿਆਂ ਦੇ ਨਾਲ ਕੁਝ ਵਿਚਾਰ ਸਾਂਝੇ ਕਰ ਸਕਾਂ। ਮੈਂ ਖਿਮਾ ਦੀ ਜਾਚਕ ਵੀ ਹੈ ਕਿ ਜੇ ਕੋਈ ਮੇਰੇ ਕੋਲ ਸ਼ਬਦ ਵੱਧ ਘੱਟ ਨਿਕਲ ਗਿਆ ਹੋਵੇ, ਤੇ ਮੈਂ ਆਸ ਕਰਾਂਗੀ ਕਿ ਜਿਹੜੀ ਸਰੋਤੇ ਨੇ ਉਹ ਇੱਕ ਮਾਲਕ ਹੁੰਦੇ ਹੈ ਤੇ ਉਹ ਸਮਝ ਸਕਦੇ ਹੈ ਮੇਰੀ ਭਾਵਨਾ ਕੀ ਹੈ, ਤੇ ਮੇਰੀ ਭਾਵਨਾ 'ਚ ਸ਼ਾਇਦ ਕੋਈ ਐਸੀ ਗੱਲ ਨਾ ਹੋਵੇ ਜਿਹੜੀ ਮੈਂ ਕਿਤੇ ਕੀਤੀ ਹੋਵੇ ਤੇ ਤੁਹਾਨੂੰ ਚੁੱਭੀ ਹੋਵੇ। ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬੀਬੀ ਜਗੀਰ ਕੌਰ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ। तमाम ਸਵਾਲ ਉਹਨਾਂ ਨੂੰ ਪੁੱਛੇ ਤੇ ਉਹਨਾਂ ਨੇ ਬੇਬਾਕੀ ਦੇ ਨਾਲ ਜਵਾਬ ਵੀ ਜਿਹੜੇ ਉਹ ਦਿੱਤੇ ਨੇ। ਤੇ ਇਹ ਸਾਰੇ ਪ੍ਰੋਗਰਾਮ ਦੇ ਉੱਤੇ ਤੁਹਾਡੀ ਕੀ ਟਿੱਪਣੀ ਹੈ, ਤੁਸੀਂ ਕੀ ਪ੍ਰਤੀਕਿਰਿਆ ਦੇਣਾ ਚਾਹੋਗੇ, ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਫਿਲਹਾਲ ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।